कहते फिर हमने वो छोरी के गले पे चारपाई रख के फिर माँ को बोल देते भी तू दाब दे इसको। कहनी मैं इस घर ब्याही आई, मेरे 3 दियोर सीगे, 1 जेठ सीगा, ठीक है, 5वां मेरा घर वाला जी, मेरा सौहरा ते ओदे 3 भरा। कहंदे मैनू किसी ने भी नहीं बख्शिया। कहंदे मेरे घर वाले ने भी चिट्ठी पाती मेरे सौहरियां ने कि भी बहुत बहुत बधाइयां, 2 बेटे हो गए। मेरे घर वाले ने भी एक्सेप्ट कर लिया। कहंदी अज मैं ये नहीं दस सकदी भी वो बच्चे किहदे आ घर दे विचों। ਦਾ ਅਨਮਿਊਟ ਦੇਖ ਰਹੇ ਹੋ ਤੁਸੀਂ। ਮੈਂ ਗੁਰਨੀਤ ਹਾਂ ਤੁਹਾਡੇ ਨਾਲ। ਪ੍ਰੋਗਰਾਮ ਅਨਮਿਊਟ ਕਿਸੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਅਜ਼ੀਜ਼ ਅਦੀਬ ਦੋਸਤੋ, ਅੱਜ ਤੁਹਾਡੀ ਮੁਲਾਕਾਤ ਡਾਕਟਰ ਚਰਨਜੀਤ ਹੋਰਾਂ ਨਾਲ ਕਰਵਾਉਣ ਜਾ ਰਹੇ ਹਾਂ। ਸਟੇਟ ਰਿਲੇਸ਼ਨ ਆਫਿਸਰ ਦੇ ਤੌਰ ਤੇ ਇਹ ਰਿਟਾਇਰ ਹੋਏ ਨੇ ਔਰ ਤਾਂ ਉਮਰ ਇਹਨਾਂ ਨੇ ਆਪਣੀ ਡਿਵੋਟ ਕਰ ਦਿੱਤੀ ਹੈ ਪੰਜਾਬੀਅਤ ਨੂੰ ਤੇ ਪੰਜਾਬੀ ਸੱਭਿਆਚਾਰ ਨੂੰ। ਤੁਹਾਨੂੰ ਦੱਸ ਦਈਏ ਕਰੀਬਨ 27 ਕਿਤਾਬਾਂ ਇਹਨਾਂ ਦੀਆਂ ਹੁਣ ਤੱਕ ਪਬਲਿਸ਼ ਹੋ ਚੁੱਕੀਆਂ ਨੇ ਔਰ ਬਹੁਤ ਸਾਰੀਆਂ ਕਿਤਾਬਾਂ ਦਾ ਕੰਮ ਇਹਨਾਂ ਕੀਤਾ ਹੋਇਆ ਹੈ ਔਰ ਉਹ ਮਾਰਕੀਟ ਵਿੱਚ ਆਉਣ ਵਾਲੀਆਂ ਹੀ ਨੇ। ਸੋ ਅੱਜ ਡਾਕਟਰ ਚਰਨਜੀਤ ਨਾਲ ਗੱਲਬਾਤ ਦਾ ਜਿਹੜਾ ਮੌਜੂ ਹੈ, ਕਿਉਂਕਿ ਪ੍ਰੋਗਰਾਮ ਅਨਮਿਊਟ ਕਿਸੇ ਹੈ ਤਾਂ ਇਹਨਾਂ ਦੀ ਲਾਈਫ ਨਾਲ ਜੁੜੇ ਹੋਏ ਕਿਸੇ ਇਹਨਾਂ ਤੋਂ ਜਾਣਾਂਗੇ। ਖਾਸ ਕਰ ਉਹਨਾਂ ਚੀਜ਼ਾਂ ਉੱਤੇ ਡਿਸਕਸ ਕਰਾਂਗੇ ਕਿ ਇੱਕ ਔਰਤ ਜਦੋਂ ਘਰੋਂ ਬਾਹਰ ਨਿਕਲਦੀ ਹੈ ਤਾਂ ਯਕੀਨਨ 2 ਖਾਨਦਾਨਾਂ ਦੀਆਂ ਇੱਜ਼ਤਾਂ ਨੂੰ ਲੈ ਕੇ ਬਾਹਰ ਨਿਕਲਦੀ ਹੈ ਔਰ ਉਸ ਉੱਤੇ ਬਹੁਤ ਸਾਰੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ ਔਰ ਕਿਸ ਤਰ੍ਹਾਂ ਚੁੰਨੀ ਦੇ ਚਾਰੋਂ ਕੰਨਿਆਂ ਨੂੰ ਬਚਾ ਕੇ ਆਪਣੇ ਗੋਲ ਦੇ ਵੱਲ ਵਧਣਾ ਚਾਹੀਦਾ ਹੈ। ਕਿਉਂਕਿ ਇੱਕ ਉਸ ਦੌਰ ਦੇ ਵਿੱਚੋਂ ਇਹ ਗੁਜ਼ਰੇ ਨੇ ਜਦੋਂ ਬਹੁਤ ਜ਼ਿਆਦਾ ਲੋਕੀ ਖੁੱਲੇ ਨਹੀਂ ਸਨ ਹੋਏ, ਬਹੁਤ ਜ਼ਿਆਦਾ ਐਜੂਕੇਟਿਡ ਨਹੀਂ ਸਨ। ਸੋ ਤਮਾਮ ਗੱਲਾਂ ਬਾਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਨਾਲ ਕਰਾਂਗੇ। ਡਾਕਟਰ ਸਾਹਿਬ, ਪ੍ਰੋਗਰਾਮ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਅਨਮਿਊਟ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਵੀ ਮੈਂ ਧੰਨਵਾਦ ਦੇਣਾ ਚਾਹਾਂਗੀ ਜਿਹੜੇ ਮੈਨੂੰ ਸੁਣਨ ਵਾਸਤੇ ਤੇ ਮੈਨੂੰ ਦੇਖਣ ਵਾਸਤੇ ਟਾਈਮ ਕੱਢਣਗੇ। ਸ਼ੁਕਰੀਆ ਜੀ। ਡਾਕਟਰ ਸਾਹਿਬ, ਮੈਂ ਜਿਸ ਤਰ੍ਹਾਂ ਗੱਲ ਦਾ ਆਗਾਜ਼ ਕੀਤਾ ਸੀ ਕਿ ਤੁਸੀਂ ਉਸ ਸਮੇਂ ਤੋਂ ਆਪਣੀ ਰਿਸਰਚ ਸ਼ੁਰੂ ਕਰ ਦਿੱਤੀ ਸੀ, ਕਰੀਬਨ 87-88 ਤੋਂ, ਔਰ ਸਾਡਾ ਤਾਂ ਜਨਮ ਵੀ ਉਸ ਤੋਂ ਬਾਅਦ ਹੋਇਆ। ਤਾਂ ਮਤਲਬ ਮੈਂ ਵੀ ਆਪਣੇ ਟਾਈਮ ਦੇ ਵਿੱਚ ਬਹੁਤ ਸਾਰੀ ਇਸ ਤਰ੍ਹਾਂ ਦੀ ਚੀਜ਼ਾਂ ਫੇਸ ਕੀਤੀਆਂ ਜਦੋਂ ਪਿੰਡ ਵਾਲੇ ਕਿਹਾ ਕਰਦੇ ਸੀ ਕਿ ਜੇਕਰ ਤੁਸੀਂ ਜਰਨਲਿਜ਼ਮ ਕਰੋਗੇ ਤਾਂ ਤੁਹਾਡਾ ਵਿਆਹ ਨਹੀਂ ਹੋਣਾ। ਪਰ ਤੁਸੀਂ ਉਸ ਸਮੇਂ ਦੇ ਵਿੱਚ ਕਿਵੇਂ ਘਰੋਂ ਨਿਕਲ ਕੇ ਕਿਵੇਂ ਬੱਚੇ ਮੈਨੇਜ ਕੀਤੇ ਤੇ ਰਿਸਰਚ ਕੀਤੀ? ਜੀ, ਬਹੁਤ ਵਧੀਆ ਸਵਾਲ ਤੁਸੀਂ ਸ਼ੁਰੂ ਕੀਤਾ ਹੈ ਇਸ ਇੰਟਰਵਿਊ ਦਾ। ਲੇਡੀਜ਼ ਵਾਸਤੇ ਨਾ ਤੁਸੀਂ ਉਸ ਟਾਈਮ ਨੂੰ ਛੱਡ ਦਿਓ 87, 88, 89 ਨੂੰ। ਅੱਜ ਵੀ ਲੜਕੀਆਂ ਵਾਸਤੇ ਜੇ ਉਹ ਇਮਾਨਦਾਰੀ ਨਾਲ ਤੇ ਇੱਜ਼ਤ ਨਾਲ ਕੰਮ ਕਰਨਾ ਚਾਹੁੰਦੀਆਂ ਤਾਂ ਬੜੀਆਂ ਰਿਸਟ੍ਰਿਕਸ਼ਨਸ, ਬੜੇ ਓਬਸਟੇਕਲਸ ਉਸ ਦੇ ਰਸਤੇ ਵਿੱਚ ਆਉਂਦੇ ਆ। ਉਸ ਟਾਈਮ ਦੀ ਤੇ ਗੱਲ ਹੀ ਤੁਸੀਂ ਛੱਡ ਦਿਓ। ਦੇਖੋ, ਮੈਂ ਜਿਸ ਟਾਈਮ ਕਾਲਜ ਦੇ ਵਿੱਚ ਦਾਖਲਾ ਲਿਆ, ਸਾਡੇ ਟਾਈਮ ਦੇ ਉੱਤੇ ਪ੍ਰੈਪ ਹੁੰਦੀ ਸੀਗੀ। ਲੋਕਾਂ ਨੂੰ ਇਹ ਗੱਲ ਨਾ ਬਿਲਕੁਲ ਗਵਾਰਾ ਨਹੀਂ ਸੀ ਹੁੰਦੀ ਵੀ ਕੋਈ ਲੜਕੀ ਪੜ੍ਹਨ ਵਾਸਤੇ ਘਰ ਤੋਂ ਬਾਹਰ ਨਿਕਲ ਜਾਵੇ ਜੀ। ਉਹਦੇ ਕਈ ਸਾਰੇ ਕਾਰਨ ਸੀਗੇ। ਸਭ ਤੋਂ ਪਹਿਲਾ ਕਾਰਨ ਤੇ ਇਹ ਸੀਗਾ ਕਿ ਇੱਕ ਜੈਲਸੀ ਸੀਗੀ। ਮੇਨ ਜਿਹੜਾ ਨਾ 80% ਤੇ ਰੀਜ਼ਨ ਇਹ ਸੀਗਾ ਕਿ ਕੋਈ ਲੜਕੀ ਘਰ ਤੋਂ ਬਾਹਰ ਪੜ੍ਹਨ ਵਾਸਤੇ ਜਾ ਰਹੀ ਹੈ ਔਰ ਉਹ ਇੱਜ਼ਤ ਨਾਲ ਕਿਵੇਂ ਪੜ੍ਹ ਰਹੀ ਹੈ ਜੀ, ਹੈ ਨਾ। ਮੈਨੂੰ ਯਾਦ ਹੈ ਕਿ ਹਰ ਸਾਲ ਮੈਂ ਪਾਸ ਹੁੰਦੀ ਸੀ, ਮੈਂ ਕਦੇ ਫੇਲ ਜਾਂ ਮੇਰੀ ਕੋਈ ਕੰਪਾਰਟਮੈਂਟ ਵਗੈਰਾ ਕਦੇ ਨਹੀਂ ਆਈ। ਮੈਂ ਕਦੇ ਰਿਜ਼ਲਟ ਦੀ ਇੰਤਜ਼ਾਰ ਵੀ ਨਹੀਂ ਕੀਤੀ। ਮਤਲਬ ਮੈਨੂੰ ਕੋਈ ਕਿਉਰਿਓਸਿਟੀ ਜਾਂ ਡਰ ਨਹੀਂ ਸੀ ਹੁੰਦਾ ਕਿਉਂਕਿ ਮੈਂ ਮਿਹਨਤੀ ਜੀਵ ਰਿਹਾ ਔਰ ਲੋਕਾਂ ਨੇ ਉਸ ਗੱਲ ਨੂੰ ਵੀ ਨਾ, ਮਤਲਬ ਉਹਨਾਂ ਤੋਂ ਇਹ ਗੱਲ ਹਜਮ ਨਹੀਂ ਸੀ ਹੁੰਦੀ। ਮੇਰੇ ਇਕੱਲੀ ਦੀ ਗੱਲ ਨਹੀਂ ਮੈਂ ਕਰ ਰਹੀ। ਅੱਜ ਮੈਂ ਜੋ ਗੱਲ ਕਰਾਂਗੀ ਉਹ ਸਮੂਹ ਮੇਰੇ ਟਾਈਮ ਦੀ ਲੇਡੀਜ਼ ਦੀ ਗੱਲ ਕਰਾਂਗੀ ਜੀ। ਜੇ ਤੇ ਕੋਈ ਲੜਕੀਆਂ ਲੱਚਰਪੁਣੇ ਕਰਕੇ ਮਤਲਬ ਉਸ ਟਾਈਮ ਗਲਤ ਕੰਮ ਕਰਕੇ ਪੜ੍ਹਦੀਆਂ ਸੀਗੀਆਂ, ਉਹਨਾਂ ਨੂੰ ਕੋਈ ਗੌਲਦਾ ਨਹੀਂ ਸੀਗਾ। ਕੋਈ ਇੱਜ਼ਤ ਨਾਲ ਪੜ੍ਹਦੀ ਹੈ ਲੜਕੀ ਤੇ ਉਹਦੇ ਉੱਤੇ ਬੜੀਆਂ ਉਂਗਲਾਂ ਉੱਠਦੀਆਂ ਸੀਗੀਆਂ ਕਿਉਂਕਿ ਇੱਕ ਸਾਡਾ ਮਾਈਂਡ ਸੈਟ ਹੈ ਕਿ ਅਸੀਂ ਦਲਦਲ ਦੇ ਵਿੱਚ ਸਾਰਿਆਂ ਨੂੰ ਖਿੱਚਣਾ ਚਾਹੁੰਦੇ ਹਾਂ ਤੇ ਜਿਹੜਾ ਨਹੀਂ, ਮਤਲਬ ਜਿਹੜੀ ਕੋਈ ਲੜਕੀ ਨਹੀਂ ਸੀ ਖਿੱਚੀ ਜਾਂਦੀ ਨਾ, ਉਸ ਨੂੰ ਬਹੁਤ ਕੁਝ ਝੱਲਣਾ ਪੈਂਦਾ ਸੀਗਾ। ਔਰ ਤੁਸੀਂ ਤੇ ਮੈਨੂੰ ਲੱਗਦਾ ਜਿਸ ਫੀਲਡ ਨਾਲ ਜੁੜੇ ਹੋਏ ਹੋ, ਸਾਈਕੋਲੋਜੀ ਬਹੁਤ ਵੀਕ ਹੋ ਜਾਂਦੀ ਹੈ। ਲੜਕੀ ਦੀ ਸਾਈਕੋਲੋਜੀ ਉਸ ਟਾਈਮ ਵੀਕ ਹੁੰਦੀ ਹੈ ਜਦੋਂ ਉਹਦਾ ਕੋਈ ਕਸੂਰ ਨਾ ਹੁੰਦਿਆਂ ਹੋਇਆਂ ਵੀ ਉਸ ਨੂੰ ਸਭ ਕੁਝ ਝੱਲਣਾ ਪੈਂਦਾ ਹੈ ਜੀ। ਅੱਜ ਵੀ ਮੈਂ ਜਾਣਦੀ ਹਾਂ, ਮੇਰੀ ਏਜ ਵੱਡੀ ਹੋ ਗਈ, ਹੁਣ ਤਾਂ ਮੈਂ ਬੁੱਢਿਆਂ ਵਿੱਚ ਆ ਗਈ, ਹਾਲੇ ਵੀ ਮੈਨੂੰ ਬਹੁਤ ਕੁਝ ਦੇਖਣਾ ਪੈਂਦਾ, ਸੁਣਨਾ ਪੈਂਦਾ। ਲੇਕਿਨ ਲੇਡੀਜ਼ ਨੂੰ ਇੱਕ 6th ਸੈਂਸ ਰੱਬ ਨੇ ਦੇ ਰੱਖੀ ਹੈ
ਜੇ ਆਪਾਂ ਉਹਨੂੰ ਸਾਹਮਣੇ ਰੱਖ ਕੇ ਚੱਲਦੇ ਹਾਂ ਸਾਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ 4 ਗਜ਼ ਤੋਂ ਕਿ ਵੀ ਇਹ ਬੰਦਾ, ਇਹ ਲੇਡੀ ਹੈ ਚਾਹੇ ਜੈਂਟਸ ਹੈ, ਬਈ ਉਹਦੀ ਤੁਹਾਡੇ ਪ੍ਰਤੀ ਭਾਵਨਾ ਕੀ ਹੈ ਤੇ ਉਹ ਚਾਹੁੰਦਾ ਕੀ ਹੈ ਤੁਹਾਡੇ ਤੋਂ ਜੀ। ਇਸ ਕਰਕੇ ਬਚ ਕੇ ਚੱਲੇ ਆ। ਲੇਕਿਨ ਕਿਸੇ ਬੜੇ ਹੈ ਮਤਲਬ ਜਿਨ੍ਹਾਂ ਨੇ ਸਾਈਕੋਲੋਜੀ ਨੂੰ ਵੀਕ ਵੀ ਕੀਤਾ ਹੈ, ਸਟਰੋਂਗ ਵੀ ਕੀਤਾ ਹੈ। ਵੀ ਤੁਹਾਡੇ ਫਾਦਰ ਸਾਹਿਬ ਨੂੰ ਆਉਂਦੇ ਹੁੰਦੇ ਸੀ ਬਸ਼ਰਤੇ ਕਿ ਤੁਸੀਂ ਸਹੀ ਚੱਲ ਰਹੇ ਸੀ, ਸੋ ਕਿੱਸਾ ਵੀ ਸਾਡੇ ਨਾਲ ਸਾਂਝਾ ਕਰੋ। ਐਸਾ ਗੁਰਨੀਤ ਜੀ ਕਿ ਉਸ ਟਾਈਮ ਦੇ ਵਿੱਚ ਜਦੋਂ ਮਤਲਬ ਮੈਂ ਪੜ੍ਹੀ ਆ 73 ਤੋਂ ਲੈ ਕੇ ਔਨਵਰਡਸ, ਮਤਲਬ ਜਵਾਨ ਜਦੋਂ ਬੱਚਾ ਥੋੜਾ ਵੱਡਾ ਹੋ ਜਾਂਦਾ ਹੈ ਨਾ, ਉਹ ਟਾਈਮ ਸੀਗਾ ਕਿ ਲੜਕੀਆਂ ਦੇ ਉੱਤੇ ਇੰਨੀਆਂ ਟਾਈਟ ਗ੍ਰਿਲਿੰਗਸ ਹੁੰਦੀਆਂ ਸੀਗੀਆਂ ਕਿ ਕੋਈ ਲੜਕੀ ਮਤਲਬ ਘਰ ਤੋਂ ਬਾਹਰ ਪੜ੍ਹਨ ਦਾ ਤੇ ਕੋਈ ਮਤਲਬ ਹੀ ਨਹੀਂ ਕਿ ਵੀ ਉਹ 10ਵੀਂ ਤੋਂ ਬਾਅਦ ਅੱਗੇ ਕੋਈ ਪੜ੍ਹਾਈ ਜਾਰੀ ਰੱਖ ਸਕੇ। ਜੇ ਕੋਈ ਮੇਰੇ ਵਰਗੀ ਮਤਲਬ ਬੰਦਾ ਪੜ੍ਹਨ ਜਾਂਦਾ ਸੀਗਾ ਉਹਨੂੰ ਬਹੁਤ ਕੁਝ ਝੇਲਣਾ ਪੈਂਦਾ ਸੀ ਜੀ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਲੋਕਾਂ ਦੀ ਇੱਕ ਮਾਈਂਡ ਸੈਟ ਸੀਗਾ ਵੀ ਜਿਹੜੀ ਔਰਤ ਹੈ ਨਾ ਉਹ ਘਰ ਦੀ 4 ਦੀਵਾਰੀ ਤੱਕ ਹੀ ਰਵੇ, ਤੇ ਵੱਡੀ ਹੋ ਗਈ ਕੁੜੀ ਬਸ ਉਹਦਾ ਵਿਆਹ ਕਰ ਦੋ ਤੇ ਉਹਨੂੰ ਸਹੁਰੇ ਭੇਜ ਦੋ ਔਰ ਉਹ ਆਪਣੇ ਸਹੁਰੇ ਘਰ ਨੂੰ ਸਾਂਭੇ, ਬੱਚੇ ਪੈਦਾ ਕਰੇ ਤੇ ਉਹਨਾਂ ਦੀ ਪਰਵਰਿਸ਼ ਕਰੇ। ਇਹ ਔਰਤ ਕੋਲੋਂ ਐਕਸਪੈਕਟੇਸ਼ਨਸ ਉਸ ਟਾਈਮ ਦੇ ਵਿੱਚ ਜ਼ਮਾਨੇ ਦੀਆਂ ਸੀਗੀਆਂ। ਅੱਛਾ, ਤੇ ਜਿਹੜੀ ਕੁੜੀ ਮਤਲਬ ਬਿਨਾਂ ਕਿਸੇ ਗਲਤੀ ਦੇ ਪੜ੍ਹਦੀ ਸੀਗੀ, ਬਿਨਾਂ ਕੋਈ ਗਲਤ ਕੰਮ ਕੀਤਿਆਂ ਪੜ੍ਹਦੀ, ਉਹਦੇ ਲਈ ਤੇ ਜੀਣਾ ਉਹਨਾਂ ਦਿਨਾਂ ਦੇ ਵਿੱਚ ਹੋਰ ਵੀ ਬੜਾ ਔਖਾ ਹੁੰਦਾ ਸੀ। ਕਿਉਂਕਿ ਲੋਕੀ ਨਾ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਸੀਗੇ ਵੀ ਕੋਈ ਲੜਕੀ ਇੱਜ਼ਤ ਦੇ ਨਾਲ ਕਿਵੇਂ ਪੜ੍ਹ ਰਹੀ ਹੈ। ਮੈਂ ਕਦੇ ਫੇਲ ਨਹੀਂ ਹੋਈ, ਪਹਿਲੀ ਜਮਾਤ ਤੋਂ ਲੈ ਕੇ ਮੈਂ MA MPhil PhD MA ਕੀਤੀ, ਮੈਂ ਕਦੇ ਫੇਲ ਨਹੀਂ ਹੋਈ। ਤੇ ਲੋਕਾਂ ਕੋਲੋਂ ਇਹ ਗੱਲ ਵੀ ਬਰਦਾਸ਼ਤ ਨਹੀਂ ਸੀ ਹੁੰਦੀ ਕਿ ਵੀ ਮੈਂ ਹਰ ਸਾਲ ਪਾਸ ਹੀ ਹੋ ਜਾਂਦੀ ਹੈ ਨਾ। ਇੱਕ ਕਿੱਸਾ ਮੈਂ ਤੁਹਾਨੂੰ ਦੱਸਦੀ ਹਾਂ। ਮਤਲਬ ਪਿੰਡ ਦੇ ਵਿੱਚ ਜਿਹੜੇ ਬਜ਼ੁਰਗ ਲੋਕ ਆ ਉਹ ਮੇਰੇ ਨਾਲ ਬਹੁਤ ਪਿਆਰ ਕਰਦੇ ਸੀਗੇ ਜੀ। ਜਵਾਨ ਵੀ ਪਿਆਰ ਕਰਦੇ ਸੀ ਲੇਕਿਨ ਬਜ਼ੁਰਗ ਲੋਕ ਮੇਰੀ ਇੱਜ਼ਤ, ਉਹਨਾਂ ਨੇ ਬੈਠਣਾ, ਜਿਹਨੂੰ ਤੁਸੀਂ ਸੱਥ ਕਹਿ ਲਓ ਜਾਂ ਤੁਸੀਂ ਖੁੰਡ ਕਹਿ ਲਓ ਜਾਂ ਦਰਵਾਜ਼ਾ ਕਹਿ ਲਓ, ਸਾਡੇ ਖੇੜਾ ਹੁੰਦਾ ਸੀ। ਖੇੜੇ ਦੇ ਉੱਤੇ ਬੈਠਣਾ ਉਹਨਾਂ ਨੇ, ਬਜ਼ੁਰਗ ਲੋਕਾਂ ਨੇ, ਤੇ ਉਹਨਾਂ ਨੇ ਮੈਨੂੰ ਆਵਾਜ਼ ਮਾਰ ਲੈਣੀ, ਚਰਨੋ ਆ ਜਾ, ਹੈ ਨਾ, ਉਹ ਚਰਨੋ ਬੁਲਾਉਂਦੇ ਸੀ ਮੈਨੂੰ ਜੀ। ਅੱਛਾ, ਮੈਂ ਉੱਥੇ ਜਾਣਾ, ਉਹਨਾਂ ਨੇ ਮੈਥੋਂ, ਕਿਉਂਕਿ ਠਹਿਰਿਆ ਹੋਇਆ ਜ਼ਮਾਨਾ ਸੀਗਾ, ਕੋਈ ਮੇਰਾ ਸੋਸ਼ਲ ਮੀਡੀਆ ਅੱਜ ਵਾਂਗ ਨਹੀਂ ਸੀ, ਕੋਈ ਇਲੈਕਟ੍ਰੋਨਿਕ ਮੀਡੀਆ ਨਹੀਂ ਸੀਗਾ, ਅਖਬਾਰ ਹੁੰਦੀ ਸੀਗੀ। ਫਿਰ ਉਹਨਾਂ ਨੇ ਮੈਥੋਂ ਨਿੱਕੀਆਂ ਨਿੱਕੀਆਂ ਗੱਲਾਂ ਪੁੱਛਣੀਆਂ, ਛੋਟਾ ਛੋਟਾ ਕੁਝ ਪੁੱਛਣਾ, ਤੇ ਉਹਦੇ ਨਾਲ ਮਤਲਬ ਉਹ ਮੈਨੂੰ ਬਹੁਤ ਪਿਆਰ, ਬਹੁਤ ਇੱਜ਼ਤ ਦਿੰਦੇ ਸੀਗੇ। ਤੇ ਜਿਸ ਟਾਈਮ ਮੇਰੀ ਮੈਰਿਜ ਹੋਈ ਤੇ ਮੈਂ 2 ਦਿਨ ਪਹਿਲਾਂ, ਮਤਲਬ ਕੱਲੀ ਲੜਕੀ ਆ ਮੈਂ, ਆਪਣੇ ਪੇਰੈਂਟਸ 2 ਮੇਰੇ ਬ੍ਰਦਰ ਨੇ, ਮੈਨੂੰ ਮੇਰੇ ਪੇਰੈਂਟਸ ਨੇ ਲੜਕਿਆਂ ਵਾਂਗ ਰੱਖਿਆ ਪਾਲਿਆ, ਮਤਲਬ ਮੁੰਡਿਆਂ ਵਾਂਗ ਮੇਰੀ ਪਰਵਰਿਸ਼ ਹੋਈ ਹੈ। ਔਰ ਮੈਂ ਨਾ ਰੋਵਾਂ ਵੀ ਮੈਨੂੰ ਮਤਲਬ ਇਸ ਘਰ ਨੂੰ ਛੱਡ ਕੇ ਜਾਣਾ ਪਊਗਾ। ਮੇਰੇ ਫਾਦਰ ਮੇਰੇ ਕੋਲ ਬੈਠੇ ਸੀਗੇ, ਉਹ ਵੀ ਉਦਾਸ ਸੀਗੇ ਭਈ ਕੁੜੀ ਚਲੀ ਜਾਊਗੀ। ਹਾਲਾਂਕਿ ਮੈਂ ਪਹਿਲਾਂ ਹੀ ਰੋਹਤਕ ਸੀਗੀ ਜੀ, ਮਤਲਬ 3 ਸਾਲ ਪਹਿਲਾਂ ਤਾਂ ਮੈਂ ਮਤਲਬ ਘਰ ਤੋਂ ਨਿਕਲੀ ਗਈ ਸੀਗੀ। ਪਰ ਹੋਣਾ ਔਰ ਮੰਨ ਲੈਣਾ ਵਿੱਚ ਬਹੁਤ ਫਰਕ ਹੈ ਨਾ। ਜੀ ਜੀ। ਔਰ ਫਿਰ ਉਹਨਾਂ ਨੂੰ ਲੱਗਦਾ ਸੀ ਹੁਣ ਇਹ ਬੇਗਾਨੀ ਹੋ ਜਾਊਗੀ। ਅੱਛਾ, ਤੇ ਹੋਇਆ ਕਿਆ ਕਿ ਮੇਰੇ ਫਾਦਰ ਪੁੱਛਦੇ ਵੀ ਤੂੰ ਕਿਉਂ ਰੋਨੀ ਆ, ਵੀ ਤੈਨੂੰ ਕੋਈ ਕਮੀ ਹੈ ਕਿਉਂ? ਮੈਂ ਇਹ ਤੇ ਨਹੀਂ ਕਹਿ ਸਕਦੀ ਸੀ ਵੀ ਮੈਂ ਸਹੁਰੇ ਜਾਣਾ, ਮੈਂ ਤਦ ਕਰਕੇ ਰੋਨੀ ਜੀ। ਉਦੋਂ ਲੜਕੀਆਂ ਇਹ ਗੱਲ ਨਹੀਂ ਸੀ ਬੋਲ ਸਕਦੀਆਂ, ਝਾਕਾ ਸੀਗਾ। ਮੈਂ ਕਿਹਾ ਵੀ ਬਸ ਮੇਰਾ ਮਨ ਭਰ ਗਿਆ ਵੀ ਮੈਂ ਕਿਹਾ ਮੈਨੂੰ ਪਾਪਾ ਜੀ, ਮੈਂ ਕਿਹਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਂ ਕਿਹਾ ਵੀ ਤੁਸੀਂ ਮੈਨੂੰ ਲੜਕਿਆਂ ਵਾਂਗ ਰੱਖਿਆ ਹੈ ਤੇ ਪੜ੍ਹਾਇਆ ਲਿਖਾਇਆ, ਇਸ ਮੁਕਾਮ ਤੱਕ ਪਹੁੰਚਾਇਆ, ਯੂਨੀਵਰਸਿਟੀ ਤੱਕ ਮੈਂ ਪਹੁੰਚੀ ਹਾਂ। ਮੇਰੇ ਫਾਦਰ ਬੋਲੇ ਨਹੀਂ, ਇਹ ਤੇਰੇ ਤੇ ਕੋਈ ਅਹਿਸਾਨ ਨਹੀਂ ਹੈ, ਅਸੀਂ ਬੱਚੇ ਨੂੰ ਜਨਮ ਦਿੱਤਾ ਹੈ, ਚਾਹੇ ਉਹ ਲੜਕਾ ਚਾਹੇ ਲੜਕੀ ਹੈ, ਇਹ ਸਾਡੀ ਜ਼ਿੰਮੇਵਾਰੀ ਹੈ ਵੀ ਅਸੀਂ ਉਸ ਨੂੰ ਮਾਹੌਲ ਦਈਏ, ਉਸ ਨੂੰ ਪੰਖ ਦਈਏ ਉੱਡਣ ਵਾਸਤੇ। ਉਹ ਕੋਈ ਤੇਰੇ ਤੇ ਅਹਿਸਾਨ ਨਹੀਂ ਹੈ, ਤੈਨੂੰ ਪੜ੍ਹਾਇਆ ਲਿਖਾਇਆ ਉਹ ਤੇਰੇ ਕਰਮ ਸੀਗੇ, ਤੇਰੀ ਮਿਹਨਤ ਸੀਗੀ, ਤੇਰੇ ਉੱਤੇ ਮੇਰਾ ਇੱਕ ਕਹਿੰਦੇ ਬਹੁਤ ਵੱਡਾ ਅਹਿਸਾਨ ਹੈ। ਮੈਂ ਕਿਹਾ ਵੀ ਕੀ? ਮੈਂ ਸੋਚਿਆ ਪਤਾ ਨਹੀਂ ਮੇਰੇ ਫਾਦਰ ਨੇ ਮੇਰੇ ਲਈ ਕੀ ਹੈ। ਕਹਿੰਦੇ ਜਦੋਂ ਤੂੰ ਪੜ੍ਹਦੀ ਹੁੰਦੀ ਸੀ ਨਾ ਤੇ ਲੋਕਾਂ ਨੇ ਆ ਕੇ ਕਹਿਣਾ, ਮੇਰੇ ਫਾਦਰ ਵੀ ਬਹੁਤ ਦਰਵੇਸ਼ ਆਦਮੀ ਹੈ ਜੀ, ਜੇ ਤਿੱਖੇ ਹੁੰਦੇ ਤੇ ਕੋਈ ਇੰਨੀ ਹਿੰਮਤ ਨਾ ਕਰ ਸਕਦਾ ਉਹਨਾਂ ਦੀ ਇੰਨੀ ਵੱਡੀ ਗੱਲ ਕਹਿਣ ਦੀ। ਕਹਿੰਦੇ ਵੀ ਮੈਨੂੰ ਨਾ ਥੋੜੇ ਦਿਨਾਂ ਬਾਅਦ ਕਿਸੇ ਨੇ ਆ ਕੇ ਕਹਿਣਾ ਵੀ ਅੱਜ ਤਾਂ ਆਪਣੀ ਚਰਨੋ ਨਾ ਉੱਥੇ ਮੁੰਡਿਆਂ ਨਾਲ ਤੁਰੀ ਫਿਰਦੀ ਸੀ, ਤੇ ਕਿਸੇ ਨੇ ਕਹਿਣਾ ਕਿ ਅੱਜ ਆਪਣੀ ਚਰਨੋ ਡਰਾਈਵਰ ਨਾਲ ਤੁਰੀ ਫਿਰਦੀ ਸੀ, ਕਿਸੇ ਨੇ ਆ ਕੇ ਕਹਿਣਾ ਕਿ ਜੇ ਅੱਜ ਤਾਂ ਆਪਣੀ ਚਰਨੋ ਉੱਥੇ ਹੋਟਲ 'ਚ ਬੈਠੀ ਸੀ। ਕਹਿੰਦੇ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਹਿਣਾ ਵੀ ਕੋਈ ਨਹੀਂ ਆਊਗੀ, ਫਿਰ ਮੈਂ ਪੁੱਛ ਲੂੰਗਾ ਉਸਨੂੰ। ਉਹ ਕਹਿੰਦੇ ਮੈਨੂੰ ਆਪਣੇ ਬੱਚੇ ਦੇ ਉੱਤੇ ਭਰੋਸਾ ਸੀਗਾ ਵੀ ਮੇਰਾ ਬੱਚਾ ਨਾ ਡਰਾਈਵਰਾਂ ਨਾਲ ਤੁਰ ਸਕਦਾ ਹੈ, ਨਾ ਮੇਰਾ ਬੱਚਾ ਹੋਟਲਾਂ 'ਚ ਜਾ ਸਕਦਾ, ਨਾ ਲੜਕਿਆਂ ਨਾਲ ਘੁੰਮ ਸਕਦਾ ਹੈ। ਤੇ ਕਹਿੰਦੇ ਵੀ ਮੈਂ ਤੇਰੇ ਤੱਕ ਉਹ ਭਣਕ ਨਹੀਂ ਪੈਣ ਦਿੱਤੀ, ਕਿਉਂ? ਕਿਉਂਕਿ ਤੂੰ ਅੰਦਰੋਂ ਦੁੱਖ ਨਾ ਜਾਏ, ਕਿਤੇ ਤੇਰਾ ਮਨ ਨਾ ਦੁੱਖ ਜਾਏ ਤੇ ਤੂੰ
ਹਤਾਸ਼ ਨਾ ਹੋ ਜਾਏ ਲਾਈਫ ਤੋਂ, ਜੀ ਮੈਂ ਤੇਰੇ ਤੱਕ ਉਹ ਗੱਲ ਪਹੁੰਚਣ ਹੀ ਨਹੀਂ ਦਿੱਤੀ। ਅੱਛਾ, ਫਿਰ ਅਜੇ ਅਸੀਂ ਲੋਕ ਬੱਸ 'ਚ ਬੈਠ ਕੇ ਆਉਂਦੇ ਸੀ, ਜਾਂ ਟਾਂਗਾ ਸੀਗਾ, ਜਾਂ ਬੈਲ ਗੱਡੀ ਤੇ ਵੀ ਬੈਠ ਕੇ ਆਉਣਾ ਪੈਂਦਾ ਸੀ ਕਦੇ ਕਦੇ, ਕਿਉਂਕਿ ਉਸ ਟਾਈਮ ਦੇ ਵਿੱਚ ਅੱਜ ਵਾਂਗ ਸਹੂਲਤਾਂ ਨਹੀਂ ਸੀਗੀਆਂ। ਉੱਥੇ ਵੀ ਕੋਈ ਮਤਲਬ ਈਵ ਟੀਜ਼ਿੰਗ ਹੁੰਦੀ ਰਹਿੰਦੀ ਸੀਗੀ, ਛੇੜਖਾਨੀ। ਮੇਰੇ ਵਕਤ ਦੀਆਂ ਲੇਡੀਜ਼, ਲੜਕੀਆਂ, ਉਸ ਟਾਈਮ ਦੇ ਉੱਤੇ ਅਸੀਂ ਲੜਕੀਆਂ ਹੁੰਦੀਆਂ ਸੀਗੀਆਂ, ਅਸੀਂ ਨਾ ਕੋਈ ਈਵ ਟੀਜ਼ਿੰਗ ਹੁੰਦੀ ਹੈ ਜਾਂ ਕਿਸੇ ਨੇ ਕੁਝ ਕਹਿਤਾ, ਸ਼ਰਾਰਤ ਕਰਤੀ, ਅਸੀਂ ਘਰ ਵੀ ਨਹੀਂ ਦੱਸ ਸਕਦੇ ਸੀਗੇ। ਜੀ ਕਿਉਂ ਨਹੀਂ ਦੱਸ ਸਕਦੇ ਸੀਗੇ? ਕਿ ਪੇਰੈਂਟਸ ਕਿਤੇ ਪੜਨ ਤੋਂ ਨਾ ਹਟਾ ਲੈਣ, ਕਿਤੇ ਉਹਨਾਂ ਦੇ ਵਿੱਚ ਕੋਈ ਗਲਤ ਮੈਸੇਜ ਨਾ ਚਲਾ ਜਾਵੇ ਕਿ ਵੀ ਤੈਨੂੰ ਹੀ ਕਿਉਂ ਛੇੜਿਆ ਮੁੰਡਿਆਂ ਨੇ, ਤੇਰੇ ਨਾਲ ਹੀ ਕਿਉਂ ਈਵ ਟੀਜ਼ਿੰਗ ਹੋਈ ਹੈ। ਹਾਲਾਂਕਿ ਸਾਰੀਆਂ ਲੜਕੀਆਂ ਨਾਲ ਹੁੰਦਾ ਸੀਗਾ, ਪਰ ਕੋਈ ਲੜਕੀ ਘਰ ਜਾ ਕੇ ਮਾਂ-ਬਾਪ ਨੂੰ ਦੱਸਦੀ ਨਹੀਂ ਸੀ। ਉਸ ਦੇ ਨਾਲ, ਉਸ ਵਰਤਾਰੇ ਦੇ ਨਾਲ ਨਾ ਸਾਡੀ ਜਿਹੜੀ ਸਟਰੋਂਗ ਮਤਲਬ ਸਾਡਾ ਮਾਦਾ ਹੈ ਨਾ, ਉਹ ਕਮਜ਼ੋਰ ਪੈਂਦਾ ਸੀ। ਜੀ ਕਿਉਂ ਪੈਂਦਾ ਸੀ ਕਮਜ਼ੋਰ? ਕਿਉਂਕਿ ਤੁਸੀਂ ਦੇਖੋ ਕਿ ਕੋਈ ਵੀ ਤੁਹਾਡੇ ਅੰਦਰ ਕੋਈ ਮਤਲਬ ਤੁਸੀਂ ਸਮੱਸਿਆ ਨਾਲ ਜੂਝ ਰਹੇ ਹੋ ਤੇ ਤੁਸੀਂ ਘਰੇ ਸਾਂਝੀ ਨਹੀਂ ਕਰ ਸਕਦੇ, ਕਿਸੇ ਹੋਰ ਨੇ ਤੁਹਾਡੀ ਗੱਲ ਸੁਣਨੀ ਨਹੀਂ ਹੈ, ਫਿਰ ਤੁਸੀਂ ਰਾਤ ਨੂੰ ਸੁੱਤੇ ਜਾਗਦੇ ਤੁਸੀਂ ਮਤਲਬ ਆਪਣੇ ਨਾਲ ਆਪ ਨਾਲ ਘੁਲੋਗੇ ਨਾ, ਕਿਉਂ ਤੁਸੀਂ ਖੁਦ ਬੜੇ ਕਮਜ਼ੋਰ ਹੁੰਦੇ ਹੋ ਉਸ ਟਾਈਮ ਦੇ ਉੱਤੇ। ਮਤਲਬ ਲੜਕੀ ਜਿਹੜੀ ਹੈ ਨਾ, ਕਿਉਂਕਿ ਤੁਸੀਂ ਆਪਣੀ ਕੌਨਸ਼ੀਅਸ ਨੂੰ ਜਵਾਬ ਦੇਣਾ ਜੀ, ਆਪਣੀ ਕੌਨਸ਼ੀਅਸ ਨੂੰ ਵੀ ਜਵਾਬ ਦੇਣਾ ਹੁੰਦਾ ਹੈ। ਫਿਰ ਮਤਲਬ ਇਹ ਵੀ ਲੱਗਦਾ ਕਿ ਵੀ ਮੇਰੇ ਨਾਲ ਕਿਉਂ ਕੀਤਾ ਇਸਨੇ, ਇਹ ਕਿਉਂ ਹੋਇਆ, ਹੈ ਨਾ। ਤੇ ਲੋਕੀ ਦਲਦਲ ਦੇ ਵਿੱਚ ਖਿੱਚਣਾ ਚਾਹੁੰਦੇ ਸੀਗੇ ਉਦੋਂ ਲੜਕੀਆਂ ਨੂੰ, ਜਿਹੜੀਆਂ ਇੱਜ਼ਤ ਨਾਲ ਪੜ੍ਹਦੀਆਂ ਸੀ, ਉਹਨਾਂ ਨੂੰ ਉਹ ਦਲਦਲ ਦੇ ਵਿੱਚ ਖਿੱਚਣਾ ਮੰਗਦੇ ਸੀਗੇ ਲੋਕ ਕਿ ਵੀ ਇਹ ਕਿਵੇਂ ਸਾਫ਼ ਸੁਥਰੀ ਜਾ ਰਹੀ ਹੈ। ਬਹੁਤ ਸਾਰੀਆਂ ਘਟਨਾਵਾਂ ਮੇਰੀ ਲਾਈਫ ਦੇ ਵਿੱਚ ਐਵੇਂ ਦੀਆਂ ਹੋਈਆਂ, ਪਰ ਮੈਂ ਉਹਨਾਂ ਸਾਰੀਆਂ ਨੂੰ ਪਾਰ ਕਰ ਗਈ। ਜੀ ਮਤਲਬ ਮੇਰੇ ਚ ਪਰਮਾਤਮਾ ਨੇ ਐਵੇਂ ਦਾ ਇੱਕ ਮਾਦਾ ਰੱਖਿਆ, ਐਵੇਂ ਦੀ ਇੱਕ ਹਿੰਮਤ ਦਿੱਤੀ ਕਿ ਮੈਂ ਕਿਤੇ ਡੋਲੀ ਨਹੀਂ। ਜੀ ਡਾਕਟਰ ਸਾਹਿਬ, ਤੁਸੀਂ ਹੁਣੇ ਇਹ ਗੱਲ ਕਹੀ ਕਿ ਅਸੀਂ ਆਪਣੇ ਪੈਰੈਂਟਸ ਨੂੰ ਉਦਾਂ ਦੱਸ ਨਹੀਂ ਸੀ ਸਕਦੇ, ਜਾਂ ਮੈਂ ਰੋਈ ਤਾਂ ਮੈਂ ਇਹ ਨਹੀਂ ਸੀ ਦੱਸ ਸਕਦੀ ਕਿ ਮੈਂ ਸਹੁਰੇ ਜਾਣਾ, ਮੈਂ ਤਾਂ ਰੋ ਰਹੀ ਹਾਂ। ਸਾਡੇ ਲੋਕ ਗੀਤਾਂ ਦੇ ਵਿੱਚ ਵੀ ਕੁਝ ਇੰਜ ਦੀ ਝਲਕ ਪੇਸ਼ ਕੀਤੀ ਗਈ ਹੈ, ਮਤਲਬ ਕਿ ਜਿਸ ਤਰ੍ਹਾਂ ਦਾ ਸਿਨੈਰੀਓ ਹੁੰਦਾ, ਮਤਲਬ ਜਿਸ ਤਰ੍ਹਾਂ ਦਾ ਸਾਡਾ ਹੁਣ ਸਿਨੈਰੀਓ ਹੈ, ਉਸ ਨਾਲ ਉਸ ਮਿਆਰ ਦੇ ਜਿਹੜੇ ਗੀਤ ਗਾਏ ਜਾ ਰਹੇ ਨੇ। ਅੱਜ ਤੋਂ ਇੱਕ ਦਹਾਕਾ ਪਹਿਲਾਂ ਹੋਰ ਸੀ, 2 ਦਹਾਕਾ ਪਹਿਲਾਂ ਹੋਰ ਸੀ। ਤਾਂ ਲੋਕ ਗੀਤਾਂ ਦੇ ਵਿੱਚ ਵੀ ਸੀ ਕਿ ਉਹ ਪੁੱਛਦੀ ਹੈ ਕਿ ਤੂੰ ਚੰਨਨ ਦੇ ਓਲੇ ਓਲੇ ਕਿਉਂ ਖੜੀ। ਸੋ ਉਹੀ ਗੱਲ ਦੀ ਮੇਰੇ ਖਿਆਲ ਤੁਸੀਂ ਪ੍ਰੌੜਤਾ ਕੀਤੀ ਔਰ ਐਜ਼ ਇਟ ਇਜ਼ ਕੀਤੀ ਹੈ। ਤੁਸੀਂ ਲੋਕ ਗੀਤਾਂ ਦੀ ਜਦੋਂ ਰਿਸਰਚ ਵੀ ਕੀਤੀ ਤਾਂ ਉਦੋਂ ਵੀ ਇਹੀ ਫੈਕਟਰ ਸਾਹਮਣੇ ਆਇਆ? ਦੇਖੋ, ਲੋਕ ਗੀਤਾਂ ਦੇ ਜਦੋਂ ਮੈਂ ਲੋਕ ਸਾਹਿਤ ਦੇ ਉੱਤੇ ਲੋਕ ਗੀਤਾਂ ਦੀ ਗੱਲ ਨਾ ਕਰੋ, ਲੋਕ ਸਾਹਿਤ ਦੇ ਉੱਤੇ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ, ਉਦੋਂ ਮੈਂ ਥੋੜੀ ਵੱਡੀ ਹੋ ਚੁੱਕੀ ਸੀ, ਮੈਰਿਡ ਸੀਗੀ, ਮੇਰੇ ਕੋਲ ਬੇਟੀ ਸੀਗੀ। ਫਿਰ ਏਜ ਦੇ ਹਿਸਾਬ ਨਾਲ ਥੋੜਾ ਕੌਨਫੀਡੈਂਸ ਬੰਦੇ ਨੂੰ ਆਉਂਦਾ ਹੈ, ਲੇਕਿਨ ਮੈਨੂੰ ਤਾਂ ਕੌਨਫੀਡੈਂਸ ਸੀਗਾ। ਅੱਛਾ, ਜਿੱਥੇ ਮੈਂ ਜਾਂਦੀ ਸੀਗੀ ਨਾ, ਉਦੋਂ ਮੇਰੀ ਯੰਗ ਏਜ ਸੀਗੀ, ਪਿੰਡ ਦੇ ਵਿੱਚ ਮੈਂ ਜਾਂਦੀ ਸੀ, ਪਤਾ ਨਹੀਂ ਮੇਰਾ ਔਰਾ ਐਵੇਂ ਦਾ ਸੀਗਾ, ਜਾਂ ਮੈਨੂੰ ਲੋਕਾਂ ਨੂੰ ਲੱਗਦਾ ਸੀਗਾ ਉਹ ਸ਼ਕਲ ਵੇਖ ਕੇ ਵੀ ਇਹ ਤੇ ਪੁਲਿਸੀਆ ਹੈਗੀ ਹੈ, ਮਤਲਬ ਨਾ ਮੇਰੀ ਇਮੇਜ ਵੀ ਇੰਜ ਦੀ ਬਣਾ ਰੱਖੀ ਸੀ, ਪੁਲਿਸ ਵਾਲਿਆਂ ਵਾਂਗ ਲੱਗਦੀ ਹੈ। ਮਤਲਬ ਮੈਨੂੰ ਕਿਸੇ ਨੇ ਕੋਈ ਪਰੇਸ਼ਾਨ ਕਰਨ ਦੀ ਉੱਥੇ ਕੋਸ਼ਿਸ਼ ਨਹੀਂ ਕੀਤੀ, ਜਾਂ ਮੈਂ ਮਤਲਬ ਇੱਕੋ ਜਿਹੜਾ ਡਿਸਟੈਂਸ ਹੈ ਨਾ ਉਹ ਮੇਨਟੇਨ ਕਰਕੇ ਰੱਖਿਆ ਜੀ। ਤੇ ਜਾਂ ਤੁਸੀਂ ਲਾ ਲਓ ਕਿ ਵੀ ਮੈਂ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਜਾ ਕੇ ਸਰਪੰਚ ਨੂੰ ਮਤਲਬ ਕਰਦੀ ਸੀ ਅਪਰੋਚ, ਤੇ ਉਹ ਇੱਕ ਰੀਜ਼ਨ ਰਿਹਾ ਹੋਵੇਗਾ। ਗੁਰਨੀਤ ਜੀ, ਮੈਂ ਇੱਥੇ ਵਾਪਸ ਆਉਂਗੀ ਜਦੋਂ ਅੱਜ ਕੱਲ ਵੀ ਹੁਣ ਬੱਚੇ ਦੀ ਕਿਸੇ ਦੀ ਸਰਕਾਰੀ ਨੌਕਰੀ ਲੱਗਦੀ ਹੈ ਨਾ, ਉਹਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਜੀ। ਅੱਜ ਕੱਲ ਤੇ ਆਨਲਾਈਨ ਹੀ ਹੋ ਗਿਆ ਸਭ ਕੁਝ, ਹੈ ਨਾ, ਔਰ ਉਹ ਪਹਿਲਾਂ ਹੀ ਸ਼ਾਇਦ ਹੋ ਜਾਂਦਾ ਹੈ। ਸਾਡੇ ਟਾਈਮ ਦੇ ਉੱਤੇ ਜਦੋਂ ਤੁਸੀਂ ਜੁਆਇਨ ਕਰ ਲੈਂਦੇ ਸੀ ਨਾ, ਫਿਰ ਪੁਲਿਸ ਵੈਰੀਫਿਕੇਸ਼ਨ ਹੁੰਦੀ ਸੀਗੀ। ਅੱਛਾ, ਲੜਕੀ ਦੀ ਪੁਲਿਸ ਵੈਰੀਫਿਕੇਸ਼ਨ ਲਈ ਪੁਲਿਸ ਵਾਲੇ ਸਿੱਧੇ ਘਰ ਨਹੀਂ ਸੀ ਜਾਂਦੇ ਹੁੰਦੇ, ਉੱਥੇ ਮੈਂ ਕਹਿੰਦੀ ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ ਕਿ ਬਈ ਕੁੜੀ ਨੇ ਕੀ ਇਹੋ ਜਿਹਾ ਕੋਈ ਕ੍ਰਾਈਮ ਕਰ ਦਿੱਤਾ, ਕੀ ਚੋਰੀ ਕਰ ਲਈ, ਡਾਕਾ ਕਰ ਲਿਆ, ਜਾਂ ਨਿਕਲ ਗਈ, ਉਧੜ ਗਈ, ਹੈ ਨਾ, ਪੁਲਿਸ ਕਿਉਂ ਘਰ ਆਈ ਹੈ। ਪੁਲਿਸ ਜਾਂਦੀ ਹੁੰਦੀ ਸੀ ਸਰਪੰਚ ਦੇ ਘਰ ਜੀ। ਜੋ ਉਸ ਟਾਈਮ ਦੇ ਤੇ ਸਰਪੰਚ ਸੀਗੇ ਉਹ ਮੇਰੇ ਨਾਲ ਬਹੁਤ ਪਿਆਰ ਕਰਦੇ ਸੀਗੇ, ਬਜ਼ੁਰਗ ਸੀਗੇ, ਮਿਲਟਰੀ ਤੋਂ ਰਿਟਾਇਰ ਹੋਏ ਹੋਏ ਸੀਗੇ, ਸਰਦਾਰ ਬਖਸ਼ੀਸ਼ ਸਿੰਘ। ਉਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਬੰਦਾ, ਉਸ ਨੂੰ ਮੇਰੀ ਸਾਦਗੀ ਤੇ ਮੇਰਾ ਪੜ੍ਹਨਾ ਬਹੁਤ ਚੰਗਾ ਲੱਗਦਾ ਸੀ। ਉਹ ਪੁਲਿਸ ਜੋ ਗਈ ਤੇ ਉਹਦੇ ਘਰ ਉਹਨੇ ਤੇ ਮੇਰੇ ਪੇਰੈਂਟਸ ਕੋਲ ਜਾਣ ਹੀ ਨਹੀਂ ਦਿੱਤਾ ਪੁਲਿਸ ਨੂੰ, ਉੱਥੋਂ ਹੀ ਜੋ ਫਾਰਮੈਲਿਟੀ ਸੀ ਕਰਕੇ ਤੇ ਭੇਜਦੀ। ਫਿਰ ਮੇਰੇ ਫਾਦਰ ਨੂੰ ਬੁਲਾਇਆ ਜਾਂ ਖੁਦ ਗਏ, ਦੱਸਿਆ ਵੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ। ਅੱਛਾ, ਮੈਂ ਸੋਚਦੀ ਹਾਂ ਕਿ ਜੇ ਕਿਤੇ ਪੁਲਿਸ ਸਿੱਧੀ ਘਰ ਆ ਜਾਂਦੀ, ਮੈਨੂੰ ਲੱਗਦਾ ਕਿ ਨੌਕਰੀ ਛੱਡ ਕੇ ਘਰ ਆਉਣਾ ਪੈਂਦਾ। ਹਾਂ, ਇੰਨਾ ਉਹ ਸੀਗਾ, ਹੈ ਨਾ। ਹੁਣ ਤੁਸੀਂ ਆਪਾਂ ਉੱਥੇ ਆਉਨੇ ਆ ਜਿਹੜਾ ਤੁਸੀਂ ਕੁਐਸਚਨ ਕੀਤਾ ਹੈ। ਦੇਖੋ, ਜਦੋਂ ਤੁਸੀਂ ਫੀਲਡ ਵਿੱਚ ਜਾਂਦੇ ਹੋ ਨਾ ਜੀ,
ਉੱਥੇ ਤੁਹਾਨੂੰ ਕੁਝ ਵੱਖਰੀ ਕਿਸਮ ਦੇ ਜਿਹੜੇ ਆ ਨਾ ਐਕਸਪੀਰੀਐਂਸਿਸ ਉਹ ਫੇਸ ਕਰਨੇ ਪੈਂਦੇ ਆ ਜੀ। ਉੱਥੇ ਸ਼ਰਾਬੀ ਵੀ ਆ ਲੋਕ, ਨਸ਼ੋੜੀ ਵੀ ਆ ਲੋਕ, ਚੋਰ ਵੀ ਆ ਲੋਕ, ਚਰਿੱਤਰਹੀਣ ਵੀ ਆ ਲੋਕ ਜੀ। ਤੇ ਹੁਣ ਤਾਂ ਉਹ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੋਇਆ ਵੀ ਉਹ ਬੰਦਾ ਤੁਹਾਡੇ ਨਾਲ ਕਿਵੇਂ ਪੇਸ਼ ਆਊਗਾ ਜੀ। ਇਹ ਤੁਸੀਂ ਆਪ ਵੇਖਣਾ ਹੈ। ਮਤਲਬ ਤੁਸੀਂ ਆਪਣੇ ਆਪ ਦੀਆਂ ਚਾਰੋਂ ਕੰਨੀਆਂ, ਦੁਪੱਟੇ ਦੀਆਂ ਚਾਰੋਂ ਕੰਨੀਆਂ ਨੂੰ ਗੰਢ ਮਾਰ ਕੇ ਤੁਸੀਂ ਵੇਖਣਾ ਵੀ ਕੌਣ ਬੰਦਾ ਤੁਹਾਡੇ ਨਾਲ ਕਿਵੇਂ ਵਰਤ ਰਿਹਾ। ਜਿਹੜੇ ਲੋਕ ਇੰਜ ਦੇ ਹੁੰਦੇ ਸੀਗੇ ਉਹਨਾਂ ਨੂੰ ਆਪਾਂ ਪਿੱਛੇ ਕਰ ਦਈਦਾ ਸੀਗਾ, ਤੇ ਜਿਹੜੇ ਚੰਗੇ ਹੁੰਦੇ ਸੀ ਉਹਨਾਂ ਦੇ ਨਾਲ ਆਪਾਂ ਵਾਸਤਾ ਰੱਖ ਲਈਦਾ ਸੀ। ਉਹ ਇੰਨਾ ਬੈਕਵਰਡ ਟਾਈਮ ਸੀਗਾ ਮੇਰੇ ਟਾਈਮ ਦਾ, ਜਦੋਂ ਮੈਂ ਲੋਕ ਸਾਹਿਤ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਉਦੋਂ ਫੋਨ ਨਹੀਂ ਸੀ ਹੁੰਦੇ ਬਈ ਤੁਸੀਂ ਫੋਨ ਕਰਕੇ ਕੰਟੈਕਟ ਕਰ ਲਓ ਵੀ ਮੈਂ ਆ ਰਹੀ ਹਾਂ ਤੇ ਤੁਸੀਂ ਇਕੱਠੀਆਂ ਹੋ ਜਿਓ। ਜਾਣਾ, ਬੱਸਾਂ ਵੀ ਨਹੀਂ ਮਿਲਦੀਆਂ ਹੁੰਦੀਆਂ ਸੀ ਤੇ ਟਾਂਗੇ ਤੇ ਜਾਣਾ, ਜਾਂ ਕਿਸੇ ਨੂੰ ਸਟੂਡੈਂਟ ਨੂੰ ਮਿਹਨਤ ਕਰਨੀ ਵੀ ਤੇਰੇ ਪਿੰਡ ਆਉਣਾ ਹੈ ਵੀ ਮੋਟਰਸਾਈਕਲ ਦੇ ਉੱਤੇ, ਸਕੂਟਰ ਦੇ ਉੱਤੇ ਆਪਾਂ ਚੱਲਾਂਗੇ। ਉੱਥੇ ਜਾ ਕੇ ਲੇਡੀਜ਼ ਨੂੰ ਤਿਆਰ ਕਰਨਾ ਸਭ ਤੋਂ ਵੱਡੀ ਸਮੱਸਿਆ ਹੁੰਦੀ ਸੀ ਜੀ। ਲੇਡੀਜ਼ ਨੂੰ ਲੱਗਦਾ ਸੀ ਉਹਨਾਂ ਦੀ ਆਪਣੀਆਂ ਸਮੱਸਿਆਵਾਂ ਬਹੁਤ ਹੁੰਦੀਆਂ ਸੀ। ਉਹਨਾਂ ਨੇ ਘਰਦਿਆਂ ਨੂੰ ਜਵਾਬ ਦੇਣਾ, ਉਹ ਡਾਇਰੈਕਟਲੀ ਤੁਹਾਡੇ ਨਾਲ ਕਿਵੇਂ ਵਿਚਰ ਸਕਦੇ। ਗੁਰਨੀਤ, ਇੱਕ ਤੁਹਾਨੂੰ ਮੈਂ ਆਪਣੀ ਪ੍ਰਾਪਤੀ ਲਾ ਲਓ ਤੁਸੀਂ ਤੇ ਮੇਰੀ ਜੋ ਵੀ ਤੁਸੀਂ ਕਹੋ, ਮੇਰੇ ਨਾਲ ਉਹ ਲੇਡੀਜ਼ ਫਿਰ ਐਸ ਕਦਰ ਜੁੜੀਆਂ ਕਿ ਉਹ ਆਪਣੇ ਧੁਰ ਪੇਟ ਦੀ ਗੱਲ ਵੀ ਮੈਨੂੰ ਦੱਸਦੀਆਂ ਸੀਗੀਆਂ। ਜੈਂਟਸ ਵੀ ਇਸ ਤਰੀਕੇ ਨਾਲ ਜੁੜੇ ਕਿ ਉਹ ਆਪਣੇ ਧੁਰ ਅੰਦਰਲੀ ਗੱਲ ਮੈਨੂੰ ਦੱਸਦੇ। ਤੁਹਾਨੂੰ ਇੱਕ ਐਪੀਸੋਡ ਮੈਂ ਦੱਸਣ ਲੱਗੀ ਆ। ਮੈਂ ਕਿਸੇ ਪਿੰਡ ਗਈ ਤੇ ਉਹ ਬਹੂ ਦੇ ਕੋਲ ਇੱਕ ਬੇਟੀ ਸੀ 2 ਸਾਲ ਦੀ ਜੀ। ਫਿਰ ਉਸ ਨੂੰ ਦੁਬਾਰਾ ਕਨਸੀਵ ਉਸਨੇ ਕੀਤਾ ਤੇ ਬੱਚਾ ਹੋਣ ਵਾਲਾ ਸੀਗਾ, ਹੈਨਾ। ਅੱਛਾ, ਚਾਂਸ ਦੀ ਗੱਲ ਹੈ ਕਿ ਮੈਂ 2-4-5 ਮਹੀਨੇ ਨਾ ਜਾ ਸਕੀ। ਫਿਰ ਜਦੋਂ ਮੈਂ ਗਈ, ਇੱਕ ਮੈਨੂੰ ਉਮੀਦ ਸੀ ਵੀ ਮਤਲਬ ਉਹ ਦੂਜਾ ਬੱਚਾ ਜੋ ਹੈ ਇਹਨਾਂ ਦੇ ਘਰ ਲੜਕਾ ਹੈ ਕਿ ਲੜਕੀ ਹੈ, ਕੀ ਹੈ ਕੀ ਨਹੀਂ, ਜਿਵੇਂ ਇੱਕ ਕਿਉਰਿਓਸਿਟੀ ਹੁੰਦੀ ਹੈ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਬੱਚਾ ਕਿੱਥੇ ਹੈ? ਉਹ ਰੋਣ ਲੱਗੀ, लेडी बहू जो सीगी, कहती जी छोरी हुई थी और मर गई। मर गई की गल मर गई दा मतलब मर गई या मार दी? मैं ये नहीं कहा, मैं कहा मर किवें गई, बीमार हो गई सी कि उसनू कुछ? फिर रोई। फिर वो मैनू उसने इशारा किया भी मैं जदों मौका देखांगी फिर मैं तुहानू गल करांगी। अच्छा, उन्हें तो की गल करनी सी। मैं उहदी सस नू पुछया, मैं होर फिर बेबे बई पोती होई सीगी ते चल वसी? हाँ कहती बस चल वसी। मैं कहा देख बेबे, मैं कहा मेरे को कुछ छुपा ना, क्योंकि तू मेरे नाल नजरां नहीं मिला रही। मैं उन्हें सच्चाई गल दस, मैं कहा मैं किहड़ा हुण तेरे डांग सोटा मार लेना ना, पुलिस विच कुछ तेरा कर लेना। फिर मैं उसनू ना मतलब ओहदा कॉन्फिडेंस जित्या। फिर मैं उन्हें बुढ़ी नू पुछया, वो कहने लगी कि देखो ऐसा है, सबसे पहले तो मैं कहती आपको ये बताती हूँ कि भी हम छोरी पैदा क्यों नहीं करना चाहते, रखना क्यों नहीं चाहते। ਉਹ ਵੀ ਧਿਆਨ ਮੰਗਦਾ ਸਾਡਾ, ਉਹ ਰੀਜ਼ਨ ਜਿਹੜੇ ਆ ਜੀ। ਕਹਿੰਦੀ ਮੈਂ ਆਪਣੀ ਗੱਲ ਕਰਦੀ ਆ, ਉਸ ਟਾਈਮ ਉਹ ਲੇਡੀ ਹੋਏਗੀ 55-60 ਦੇ ਆਸ-ਪਾਸ। ਕਹਿੰਦੀ ਮੈਂ ਇਸ ਘਰ ਵਿਆਹੀ ਆਈ, ਮੇਰੇ 3 ਦਿਓਰ ਸੀਗੇ, ਇੱਕ ਜੇਠ ਸੀਗਾ, ਠੀਕ ਹੈ, 5ਵਾਂ ਮੇਰਾ ਘਰ ਵਾਲਾ ਜੀ, ਮੇਰਾ ਸਹੁਰਾ ਤੇ ਉਹਦੇ 3 ਭਰਾ। ਕਹਿੰਦੇ ਮੈਨੂੰ ਕਿਸੇ ਨੇ ਵੀ ਨਹੀਂ ਬਖਸ਼ਿਆ, और मेरे घर वाले ਨੂੰ ਪਤਾ ਹੁੰਦਾ ਸੀ ਉਹ ਵੀ ਮਜਬੂਰ ਲਾਚਾਰ ਹੁੰਦਾ ਸੀ, ਕਿਉਂਕਿ ਉਹ ਮਾੜੀ ਗੱਲ ਹੈ ਨਾ, ਬਹੁਤ ਮਾੜੀ ਗੱਲ। ਅੱਜ ਤੁਸੀਂ ਕਹਿ ਰਹੇ ਹੋ ਨਾ ਹਿੰਮਤ ਨਾਲ, ਉਸ ਟਾਈਮ ਲੇਡੀਜ਼ ਨਹੀਂ ਕਿੱਥੇ ਜਾਂਦੀ ਉਹ ਛੱਡ ਕੇ। ਕਹਿੰਦੀ ਮਾਂ ਨੂੰ ਦੱਸੋ, ਤੇ ਮਾਂ ਬੋਲਦੀ ਸੀ ਵੀ ਹੁੰਦਾ ਹੀ ਹੁੰਦਾ ਹੈ ਲੇਡੀਜ਼ ਨਾਲ, ਐਨਜੀ ਹੈ, ਤੂੰ ਆਪਣਾ ਘਰ ਕਿਵੇਂ, ਕਿਉਂਕਿ ਇਹ ਵੱਡਾ ਫੈਕਟ ਸੀਗਾ। ਮੈਂ ਇਸ ਗੱਲ ਨੂੰ ਅੱਜ ਤੱਕ ਵੀ ਰਿਅਲਾਈਜ਼ ਕਰਦੀ ਆ ਕਿ ਅਸੀਂ ਬੜੇ ਸੌਖੇ ਤਰੀਕੇ ਨਾਲ ਕਹਿ ਦਿੰਦੇ ਆ ਵੀ ਤੁਸੀਂ ਭਰੂਣ ਹੱਤਿਆ ਕਰ ਦਿੱਤੀ। ਅੱਜ ਕੱਲ ਤੇ ਭਰੂਣ ਹੁੰਦਾ ਨਾ, ਮਤਲਬ ਤੁਸੀਂ ਪਹਿਲਾਂ ਗੱਲ ਕਿ ਅਸੀਂ ਬਹੁਤ ਅੱਛੀਆਂ ਫੈਮਿਲੀਜ਼ ਵਿੱਚੋਂ ਆ ਕਿ ਅਸੀਂ ਆਪਣੇ ਪਰਿਵਾਰਾਂ 'ਚ ਇਹ ਚੀਜ਼ਾਂ ਬਿਲਕੁਲ ਨਹੀਂ ਦੇਖੀਆਂ। ਰਾਜੇ ਐਸਾ ਹੈ, ਤੁਸੀਂ ਫੀਲਡ ਵੀ ਜਾਓ ਨਾ, ਅੱਜ ਵੀ ਤੁਹਾਨੂੰ ਵੱਧ ਤੋਂ ਬਦਤਰ ਹਾਲਤ ਮਿਲੇਗੀ, ਵੱਧ ਤੋਂ ਬਦਤਰ। ਮੇਰੇ ਨਾਲ ਤੁਸੀਂ ਚੱਲੋ ਕਿਸੇ ਦਿਨ ਜੀ। ਮੈਂ ਕਿਹਾ ਫਿਰ ਉਹ ਹੋਰ ਕੁਝ ਆਪਣੇ ਨਾਲ ਹੋਈਆਂ ਗੱਲਾਂ ਦੱਸੀਆਂ। ਕਹਿੰਦੀ ਮੇਰਾ ਘਰ ਵਾਲਾ ਉੱਥੇ ਚਲਾ ਗਿਆ, ਫੌਜ ਵਿੱਚ ਭਰਤੀ ਹੋ ਗਿਆ, ਤੇ ਕਹਿੰਦੀ 2 ਸਾਲ ਤੱਕ ਉਹ ਨਾ ਆਇਆ ਜੀ। ਔਰ ਕੋਈ ਲੜਾਈ ਲੱਗੀ ਹੋਈ ਸੀ, ਹੁਣ ਮੈਨੂੰ ਚੇਤੇ 'ਚ ਉਤਰ ਗਈ ਵੀ ਕਿਹੜੇ ਉਸਨੇ ਲੜਾਈ ਦੀ ਗੱਲ ਕੀਤੀ। ਕਹਿੰਦੀ ਮੇਰੇ ਪਿੱਛੋਂ ਇਹ ਟਵਿਨਸ ਮੇਰੇ ਬੇਟੇ ਹੋ ਗਏ। ਕਹਿੰਦੇ ਮੇਰੇ ਘਰ ਵਾਲੇ ਨੂੰ ਵੀ ਚਿੱਠੀ ਪਾਤੀ ਮੇਰੇ ਸਹੁਰਿਆਂ ਨੇ ਕਿ ਵੀ ਬਹੁਤ ਬਹੁਤ ਵਧਾਈਆਂ, 2 ਬੇਟੇ ਹੋ ਗਏ। ਮੇਰੇ ਘਰ ਵਾਲੇ ਨੇ ਵੀ ਐਕਸੈਪਟ ਕਰ ਲਿਆ। ਕਹਿੰਦੀ ਅੱਜ ਮੈਂ ਇਹ ਨਹੀਂ ਦੱਸ ਸਕਦੀ ਵੀ ਉਹ ਬੱਚੇ ਕਿਹਦੇ ਆ ਘਰ ਦੇ ਵਿੱਚੋਂ। ਕਹਿੰਦੀ ਜਦੋਂ ਇੱਕ ਔਰਤ ਅਸੀਂ ਇਹ ਕੁਝ ਝੇਲਿਆ ਨਾ, ਅਸੀਂ ਕਿਉਂ ਚਾਹਾਂਗੇ ਕਿ ਲੜਕੀ ਪੈਦਾ ਹੋਵੇ। ਜੀ, ਠੀਕ ਹੈ।
ਚਲੋ ਉਸਨੇ ਮਤਲਬ ਇਸ ਗੱਲ ਦੇ ਵਿੱਚ ਆਪਾਂ ਕਿੰਨਾ ਕੁ ਸਹਿਮਤ ਹੋ ਸਕਦੇ ਹਾਂ ਤੇ ਕਿੰਨਾ ਕੁ ਅਸਹਿਮਤ ਹੋ ਸਕਦੇ ਹਾਂ, ਮੈਂ ਉਹਦੀ ਤੁਹਾਨੂੰ ਗੱਲ ਦੱਸ ਰਹੀ ਹਾਂ। ਆਪਣੇ ਵੱਲੋਂ ਮੈਂ ਨਹੀਂ ਕਹਿੰਦੀ ਵੀ ਲੜਕੀਆਂ ਨੂੰ ਤੁਸੀਂ ਮਾਰ ਦਿਓ ਇਸ ਗੱਲ ਨੂੰ ਮੁੱਖ ਰੱਖ ਕੇ, ਹੈ ਨਾ। ਲੇਕਿਨ ਜੇ ਉਸ ਟਾਈਮ ਦੀ ਔਰਤ ਦੀ ਤੁਸੀਂ ਦੇਖੋ ਕਿੱਥੇ ਜਾਵੇ, ਉਹ ਸਪੋਜ਼ ਉਹਨੂੰ ਮਾਰਪਿੱਟ ਹੋ ਰਹੀ ਹੈ ਉਹਦੇ ਨਾਲ, ਜਾਂ ਉਹਦੇ ਨਾਲ ਕੋਈ ਵੀ ਧੱਕਾਸ਼ਾਹੀ ਹੋ ਰਹੀ ਹੈ, ਉਹ ਜਾਏ ਕਿੱਥੇ। ਜੇ ਅੱਜ ਵੀ ਤੁਸੀਂ ਨਾ ਵਿਮਨ ਐਮਪਾਵਰਮੈਂਟ ਵਾਲੀਆਂ ਲੇਡੀਜ਼ ਜੋ ਹੈ, ਜਾਂ ਤੁਸੀਂ ਹੋ, ਮੈਂ ਪਿੰਡ ਵਿੱਚ ਆਪਾਂ ਜਾਈਏ ਨਾ, ਉਹ ਸਾਡੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਵਾਲ ਇਹ ਪੁੱਛਦੀਆਂ ਕਿ ਤੁਸੀਂ ਤੇ ਅੱਗ ਦੇ ਵਿੱਚ ਫੂਸ ਪਾ ਕੇ ਅੱਜ ਚਲੀਆਂ ਜਾਓਗੀਆਂ, ਰਹਿਣਾ ਤੇ ਮੈਂ ਆ ਉਰੇ। ਜਾਂਦੇ ਤੁਸੀਂ ਕਹੋ ਵੀ ਤੁਸੀਂ ਰੋਜ਼ ਚੱਕਰ ਮਾਰੋਗੀਆਂ, ਉਹ ਕੌਣ ਕਰਦਾ? ਕੋਈ ਹੈ ਐਸੀ NGO? ਤੁਸੀਂ ਮੈਨੂੰ ਦੱਸੋ ਅੱਜ ਵੀ 21ਵੀਂ ਸਦੀ ਵਿੱਚ ਵੀ ਕੋਈ ਵਿਮਨ ਸੈੱਲ ਵਾਲੇ ਵੀ ਜਿਹੜੇ ਆ ਨਾ, ਕਿਧਰੇ ਕੋਈ ਇਨਸਾਫ ਨਹੀਂ ਹੈ। ਜਿਹੜੀਆਂ ਲੜਕੀਆਂ ਜਾਂਦੀਆਂ ਉਹ ਕੋਈ ਇਨਸਾਫ ਨਹੀਂ ਮਿਲਦਾ ਜੀ, ਕਿਉਂਕਿ ਸਾਡਾ ਜਿਹੜਾ ਕਾਨੂੰਨ ਹੈ ਨਾ ਉਹ ਬੜਾ ਢਿੱਲਮ ਢਿੱਲਾ ਹੈ। ਉਸ ਟਾਈਮ ਤੇ ਵਿਮਨ ਸੈੱਲ ਦੀ ਕੋਈ ਕਹਾਣੀ ਨਹੀਂ ਸੀ, ਕੁਝ ਸੀਗਾ ਨਹੀਂ। ਹੁਣ ਉਹ ਲੇਡੀਜ਼ ਜਿਹੜੀਆਂ ਨਾ, ਜੇ ਕੋਈ ਲੜਕੀ ਜਾ ਕੇ ਕਹਿੰਦੀ ਸੀ ਵੀ ਮੈਨੂੰ ਮੇਰਾ ਘਰ ਵਾਲਾ ਮਾਰਦਾ ਹੈ, ਮਾਂ ਬੋਲਦੀ ਸੀ ਪੁੱਤ ਤੇਰਾ ਬਾਪ ਵੀ ਮੈਨੂੰ ਮਾਰਦਾ ਸੀਗਾ, ਤੇਰਾ ਦਾਦਾ ਤੇਰੀ ਦਾਦੀ ਨੂੰ ਮਾਰਦਾ ਸੀਗਾ, ਕੋਈ ਗੱਲ ਨਹੀਂ, ਇਹ ਤਾਂ ਰਿਵਾਇਤ ਹੈ, ਇਹ ਰਿਵਾਇਤ ਹੈ, ਸਮਝ ਗਏ ਨਾ। ਉਸ ਟਾਈਮ ਦੀ ਗੱਲ ਸੀਗੀ। ਹੁਣ ਲਾਓ ਗੱਲ ਉਹ ਬੁੱਢੀ ਦੀ ਉੱਥੇ ਆਉਨੇ ਆ। ਮੈਂ ਕਿਹਾ ਵੀ ਬੇਬੇ ਕੀ ਹੋਇਆ ਪੋਤੀ ਨੂੰ, ਮਤਲਬ ਹੈ ਨਾ, ਮੈਨੂੰ ਤੁਸੀਂ ਦੱਸੋ। ਕਹਿਣ ਲੱਗੀ ਕਿ ਐਸਾ ਹੈ, ਉਹਨੇ ਤਰਕ ਦੇਖੋ ਕਿੰਨਾ ਵਧੀਆ ਦਿੱਤਾ। ਅਨਪੜ੍ਹ ਔਰਤ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਕਿ ਵੀ ਉਹ ਤੇ ਬਿਲਕੁਲ ਕਦੇ ਅੱਖਰ ਗਿਆਨ ਤੋਂ ਕੋਰੀ ਹੈ, ਸਕੂਲ ਨਹੀਂ ਗਈ ਕਦੇ, उसने मैंने तर्क की दिता, कहती ऐसा है छोरी हुई थी मरे तो पहले एक छोरी है, दूसरी हमने के करनी थी। कहते भी हमने तो सोच ही रखा था छोरा होगा तो रख लेंगे और छोरी हुई तो ना रखेंगे। मैं कहा फिर ते कहती हमारे में ना, कहती मतलब हिंदू धर्म में यो मान्या करें कि जब घर में सूतक हो पातक हो, मौत होवे या बच्चा पैदा होवे, तो जो माँ है ना उसके कंधों पे जो चित्रगुप्त बैठे हैं 40 दिन तक वो नहीं बैठते। वो तो हमारा पल पल का हिसाब लिखते हैं भी क्या पाप कर दिया पुण्य कर दिया। चित्र का मतलब जो देख के ਤੁਹਾਡਾ हिसाब लिखता है, गुप्त ਦਾ मतलब ਜਿਹੜਾ ਤੁਹਾਡੇ ਮਨ ਦੀਆਂ ਵੀ ਤੁਸੀਂ ਕਿਸੇ ਬਾਰੇ ਸੋਚਿਆ, ਕਿਸੇ ਨੂੰ ਗਾਲ ਦਿੱਤੀ है ਉਹਨੂੰ लिखते। मैं कहा फिर कहते वो देखो हमारी बहू के उस पे जच्चा के कंधों पे से तो वो उड़ जाते हैं, उसका 40 दिन का कोई हिसाब किताब खाते में नहीं लिखा जाता, ना पुण्य ना पाप। मैं कहा फिर कहते फिर हमने वो छोरी के गले पे चारपाई रख के फिर माँ को बोल देते भी तू दाब दे दे इसको। ਤੁਸੀਂ ਸੋਚੋ ਕਿ ਤੁਸੀਂ ਉਹਨੂੰ ਇਹਦੇ ਨਾਲ ਤੇ ਛੱਤ ਤੋਂ ਧੱਕਾ ਦੇ ਦਿਓ, ਉਹ ਸੌਖਾ ਹੈ। ਮਾਂ ਨੂੰ ਕਹੋ ਵੀ ਇਹ ਬੱਚੀ ਜਿਉਂਦੀ ਹੈ ਤੇ ਤੁਸੀਂ ਦਬ ਦਿਓ ਪਾਵਾ, ਇੰਨੀ ਕਿਤੇ ਹੈ ਉਹ ਬੱਚੀ ਇੰਨੀ ਕਿਤੇ ਹੈ, ਤੇ ਫਿਰ ਤੁਸੀਂ ਉਹਨੇ ਉੱਥੇ ਕੀ ਤਰਕ ਦਿਓਗੇ? ਮੈਂ ਹੁਣ ਕੀ ਕਰ ਸਕਦੀ ਸੀ ਉੱਥੇ, ਤੁਸੀਂ ਦੱਸੋ। ਉਹਦਾ ਕੋਈ ਪੁਲਿਸ ਕੇਸ ਕਰਾ, ਇਸੇ ਕਰਕੇ ਉਹ ਲੇਡੀ ਜ਼ਾਰ-ਜ਼ਾਰ ਰੋ ਰਹੀ ਸੀ ਜੀ, ਉਹ ਜ਼ਾਰ-ਜ਼ਾਰ ਰੋ ਰਹੀ ਸੀਗੀ। अच्छा वो बोलती बहू जो है वो कहने लगी भी मेरे तो सांसों सी प्यारी थी मेरी तो छोरी, मेरे को तो सांसों सी प्यारी थी जी, मैं पाल लेती, मैं कपड़े सिल लेती, मैं लोगों का कुछ और काम कर लेती, लेकिन इन्होंने मारने। पर वो माँ अपनी कॉन्शियस नु सारी जिंदगी की जवाब देगी जिन्हें अपने कॉन्शियस बचा। हाँ सॉरी क्वेश्चन दोबारा बोलो कि वो माँ अपनी कॉन्शियस नु की जवाब देगी, ਉਹ ਯਕੀਨਨ ਡਿਪਰੈਸ਼ਨ ਦਾ ਸ਼ਿਕਾਰ ਹੋਏਗੀ, ਉਹ ਰੋਏਗੀ ਹੀ, ਕਿਉਂਕਿ ਉਹ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਸਕੇਗੀ। ਆਪਣੇ ਅੰਸ਼ ਨੂੰ ਆਪਣੇ ਹੱਥੀ ਮਾਰਨਾ ਕੋਈ ਸੌਖੀ ਗੱਲ ਨਹੀਂ ਹੈ। ਤੁਹਾਨੂੰ ਹੁਣੇ ਪਹਿਲਾਂ ਕਿਹਾ ਸੀ ਨਾ ਕਿ ਵੀ ਲੜਕੀ ਜਿਹੜੀ ਉਹ ਅੰਦਰ ਅੰਦਰ ਘੁੱਟਦੀ ਸੀ ਸਾਡੇ ਟਾਈਮ ਤੇ, ਹੁਣ ਇਹ ਵੀ ਕਿਸੇ ਨਾਲ ਸਾਂਝਾ ਨਹੀਂ ਕਰ ਪਾਏਗੀ, ਅੰਦਰ ਅੰਦਰ ਘੁੱਟੇਗੀ। ਠੀਕ ਹੈ, ਉਹ ਕਿਹਨੂੰ ਕਹਿ ਕੇ ਸੁਣਾਊਗੀ? ਅਗਲੇ ਨੇ ਤੇ ਤਰਕ ਬਹੁਤ ਵਧੀਆ ਦੇਤਾ ਕਿ ਬਈ ਤੇਰੇ ਦੇ ਕੰਧਿਆਂ ਦੇ ਉੱਤੇ चित्रगुप्त नहीं सी बैठे, तेन तेना पुण्य लगना ना पाप लगना, तू की रोनी है। क्लियर? देख लो जिस दी ਜਿਹੜੀ ਮਾਂ ਦੀ ਉਹ ਬੱਚੀ ਉਹਦੇ ਸਰੀਰ ਦਾ ਟੁਕੜਾ ਸੀਗੀ, ਉਹ ਕੁਝ ਨਹੀਂ ਕਰ ਪਾਊਗੀ, ਸਿਰਫ ਜਦੋਂ ਰਾਤ ਹੋਊਗੀ ਉਹ ਰੋਏਗੀ। ਠੀਕ ਹੈ ਨਾ। ਗੁਰਨੀਤ ਇਸੇ ਗੱਲ ਨਾਲ ਜੁੜੀ ਹੋਈ ਤੁਹਾਨੂੰ ਇੱਕ ਮੈਂ ਦੱਸਾਂ, ਇਹ ਸੱਚੀ ਗੱਲ ਹੈ। ਮੈਂ ਉਹਦੇ ਤੇ ਕਹਾਣੀ ਲਿਖੀ ਫਿਰ ਜੀ, ਪਿਤਰਦੋਸ਼। ਪਿਤਰਦੋਸ਼ ਇੱਕ ਕੋਈ ਫੈਮਿਲੀ ਹੈ, ਉਹ ਮਤਲਬ ਇਹ ਸੱਚੀ ਘਟਨਾ ਦੱਸ ਰਹੀ ਹਾਂ। ਫੈਮਿਲੀ ਹੈ ਜਿਹੜੀ ਕਿਸੇ ਉਹਦੇ ਕੋਲ ਜਾਂਦੀ ਹੈ ਪੰਡਤ ਕੋਲ, ਬਈ ਸਾਡੇ ਘਰ ਦੇ ਵਿੱਚ ਕਲੇਸ਼ ਹੈ, ਗਰੀਬੀ ਹੈ, ਬੜੀਆਂ ਸਮੱਸਿਆਵਾਂ ਹੈ, ਲੜਕੇ ਜੋ ਹੈ ਉਹ ਅਵਾਰਾ ਹੋ ਗਏ। ਤਾਂ ਜੀ ਉਹ ਕਹਿੰਦਾ ਪੰਡਤ ਕਹਿੰਦਾ ਜੀ ਤੁਹਾਨੂੰ ਪਿਤਰਦੋਸ਼ ਲੱਗਿਆ ਵਾ। ਪਿਤਰਦੋਸ਼ ਮਾਨੇ ਜੋ ਮਰ ਗਏ ਹੈ ਜੀ ਜੀ, ਤੇ ਫਿਰ ਉਹ ਪਿਤਰ ਤੁਹਾਡੇ ਤੋਂ ਨਾ ਖੁਸ਼ ਨੇ, ਨਾ ਖੁਸ਼ ਹੈ, ਪਿਤਰਦੋਸ਼ ਉਹਨੂੰ ਬੋਲਦੇ ਆ। ਭਈ ਕੀ ਕਰਨਾ ਹੈ?
ਕਿ ਵੀ ਉਹਨਾਂ ਦਾ ਜਾ ਕੇ ਫਲਾਣੇ ਤੀਰਥ ਦੇ ਉੱਤੇ ਉਹਨਾਂ ਦੇ ਨਾਮ ਦਾ ਤੁਸੀਂ ਇਹ ਦਾਨ ਕਰੋ, ਤੇ ਕੁਝ ਸੂਟ ਲੈ ਜਾਓ, ਲੇਡੀਜ਼ ਪਿੱਤਰ ਹੈ ਜਿਹੜੀ, ਕੁਝ ਜੈਂਟਸ ਦੇ ਧੋਤੀ ਕਮੀਜ਼ ਜੋ ਵੀ ਤੁਹਾਡੇ ਹੈ ਨਾ ਲੈ ਜਾਓ। ਉਹ ਜਿਹੜੀ ਮਾਂ ਹੈ ਨਾ ਉਹ ਕਹਿੰਦੀ ਹੈ ਕਿ ਚੁੱਪ ਚਪੀਤੇ ਉਸਨੇ ਇੱਕ ਫਰੋਕ ਰੱਖ ਦਿੱਤੀ ਵਿੱਚ। हाँ, बड़ा मैं रोई उस दिन। कहती मैंने एक फ्राक भी रख दी बीच में। मैं कहा वो क्यों? कहती मेरी 5 महीने की बच्ची भी तो मरी थी, वो भी तो अगर उसका मतलब ये पता चल गया वो लड़की है तो वो सांस भी तो लेती होगी, है ना। कहती ये मतलब इनको सबसे ज्यादा पितृदोष उसका लगा है, उस पितर का दोष इनको लग रहा है, ये सुनने को तैयार नहीं है इन लॉज वाले। मैं कहा फिर? कहती मैंने एक फ्रॉक रखती बीच में, कुछ खिलौने रख दिए छोटे बच्ची के। देखो ना, ये माँ है। पितृदोष ये पंडितां दा वैसे मैं नहीं कहती पितृदोष हुंदा है, मैं सिर्फ घटना दस रही हाँ। वो तुसी कहंदे भुल्ले, किवें भुल्लेगी? वो तो सारी जिंदगी नहीं भुल सकती उस बच्चे ने। क्लियर? और जेड़ी बच्ची मरी है ना, मैं तुहानूं हुणे दस्सिया, वो तो पैदा होने तो बाद मरी जी। ये तो भ्रूण की गल हो रही है ना, पितृदोष। फिर वो कहंदे कि भी वो औरत बोलती है कि खाली साडे घर पितृदोष नहीं है, सारी दुनिया दे विच पितरां दा दोष लग्या होया। और ये लोग उस नूं पितर नहीं मानते जिन्हों तुसीं मारिया। जे तुहानूं पता चलिया भी ये लड़की है ते ये लड़का है, तादी तुसीं उस नूं मारिया ते वो साह लैंदा बच्चा मां दे पेट विच। डॉक्टर साहब तुसीं ग्राउंड लेवल ते बहुत ज्यादा रिसर्च कीती है, 27 किताबां उस रिसर्च दे विचों ही निकल के लोक कचहरी दे विच आईयां ने। एक होर सवाल ये गलबात दे दौरान मेरे मन दे विच उमड़िया है कि असीं जिद्दां पितरदोष दा दान करदे हां, पितरां दा दान करदे हां, असीं अपने बजुर्गां नूं बिना रोटी दे मार दिंदे हां, ਉਹ ਅਤ੍ਰਿਪਤ ਇੱਥੋਂ ਚਲੇ ਜਾਂਦੇ ਨੇ। ਜਾਂ ਜਿਹੜੇ ਭਰੂਣ ਦੀ ਗੱਲ ਕੀਤੀ, ਜਾਂ ਬੱਚੇ ਹੋਣ ਤੋਂ ਬਾਅਦ ਉਹਨੂੰ ਅਫੀਮ ਦੇ ਕੇ ਮਾਰ ਦੇਣਾ, ਗਲਾ ਘੁੱਟ ਕੇ ਮਾਰ ਦੇਣਾ, ਤੇ ਉਸ ਤੋਂ ਬਾਅਦ ਉਸਦੇ ਉਪਾਅ ਕਰ ਲੈਣੇ, ਇਹ ਕਿੰਨਾ ਕੁ ਜੈਨੂਇਨ ਹੈ? ਦੇਖੋ, ਦੋ ਗੱਲਾਂ ਇੱਥੇ। ਜੇ ਤੇ ਤੁਸੀਂ ਅਧਿਆਤਮ ਦੇ ਵਿੱਚ ਉਤਰ ਕੇ ਗੱਲ ਕਰੋ, ਠੀਕ ਹੈ ਨਾ, ਫਿਰ ਤੇ ਇਹਦਾ ਕੋਈ ਹੋਰ ਜਵਾਬ ਹੈ। ਜੇ ਤੁਸੀਂ ਸਾਇੰਸ ਦੇ ਹਿਸਾਬ ਨਾਲ ਚੱਲੋ फिर ਇਹਦਾ ਹੋਰ ਜਵਾਬ ਹੈ। ਮੈਂ ਸਾਇੰਸ ਦੇ ਹਿਸਾਬ ਨਾਲ, ਕਿਉਂਕਿ ਤੁਹਾਡੇ ਸਾਰੇ ਦਰਸ਼ਕ ਜਿਹੜੇ ਉਹ ਅੱਜ ਦੇ ਲੇਟੈਸਟ ਜ਼ਮਾਨੇ ਦੀ ਗੱਲ ਕਰਨਗੇ, ਉਹ ਵੀ ਮੈਂ ਇਸ਼ਾਰਾ ਕਰ ਦੂੰਗੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਅਸੀਂ ਲੋਕ ਬੜੇ ਧਾਰਮਿਕ ਬਣਦੇ ਆ, ਇੰਡੀਅਨ, ਅਸੀਂ ਇੰਨੇ ਧਾਰਮਿਕ ਅਧਿਆਤਮਿਕ ਬਣਦੇ ਆ ਕਿ ਵੀ ਸਾਡੇ ਵਰਗਾ ਤੇ ਅਸੀਂ ਮੰਦਿਰਾਂ 'ਚ ਵੀ ਜਾਂਦੇ ਆ, ਗੁਰਦੁਆਰਿਆਂ ਵਿੱਚ ਵੀ ਜਾਂਦੇ ਆ, ਮਸਜਿਦ ਵਿੱਚ ਵੀ ਜਾਂਦੇ ਆ, ਸਾਰੇ ਤਿਉਹਾਰ ਕਰਦੇ ਆ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਅਸੀਂ ਆਪਣੀ ਗਤੀ ਮੁਕਤੀ ਲਈ ਜਿਉਂ ਤੋਂ ਹੋਸ਼ ਸੰਭਲਦੇ ਆ, ਅਸੀਂ मतलब क्रियाकर्म करने शुरू हो जाने हैं। जे असीं गुरुद्वारे जा रहे हैं, कद लई जा रहे हैं? अपनी गति मुक्ति लई, अपनी इच्छावां पूरीआं करन लई। मंदिर गुरुद्वारा मस्जिद असीं जाने आ, व्रत रखदे आ, पूजा करदे आ, कदे लई? कि सानू इस 84 दे जेल खाने तो छुटकारा मिल जाए, सानू तमाम सुख मिल जाण जी, तमाम सुख भी मिल जाण ते साडी मुक्ति भी हो जाए। फिर बंदे दी डेथ हो गई। जे वो जिउंदे जी अपनी मुक्ति नहीं करवा सकिया ते जेडे पिछे वाले वो सोचते हैं कि असीं इहदी मुक्ति करवा दी है। वो टोटल 13 दिनों दे विच जो पंडितां ने मतलब सानू कह रखिया है वो करवाउंदे है, ठीक है। ओदे पिंडदान भी कराउणगे, ओदे दाह संस्कार दे उत्ते जो रीतां है ओदे मुक्ति लई वो भी करवाउणगे, टोटल कुछ करदे है ना। फिर वो 13वीं करनगे, फिर वो पंडितां नूं जमाणगे, फिर भी उन्हां नूं तसल्ली नहीं हुंदी कि भी इन्हां दी गति मुक्ति होगी। जदों श्राद्ध आउंदे है फिर वो पितरां दे लई श्राद्ध करदे है। ਅਸੀਂ मतलब सानू अपने आप दे भरोसा नहीं है। ਜਦੋਂ ਬੰਦਾ ਖੁਦ ਆਪਣੀ ਗਤੀ ਮੁਕਤੀ ਨਹੀਂ ਕਰਾ ਸਕਿਆ ਤੇ ਤੁਸੀਂ ਉਹਦੀ ਗਤੀ ਮੁਕਤੀ ਨਹੀਂ ਕਰਾ ਸਕੇ, ਫਿਰ ਤੁਹਾਡਾ ਤੁਸੀਂ ਕਿਉਂ ਪਖੰਡ ਕੀਤਾ ਉਹ 13 ਦਿਨ? ਸਮਝੇ ਨਾ ਕਰਦੇ ਤੁਸੀਂ ਫਿਰ ਪਿਤਰਾਂ ਨੂੰ ਬੁਲਾ ਕੇ। ਅੱਛਾ, ਅਗਲੀ ਗੱਲ ਹੋਰ ਹੈ, ਇੱਕ ਪਾਸੇ ਤੁਸੀਂ 84 ਲੱਖ ਜੂਨ ਦੀ ਗੱਲ ਕਰਦੇ ਹੋ ਜੀ, ਠੀਕ ਹੈ ਨਾ। ਤੁਸੀਂ ਕਹਿੰਦੇ ਹੋ ਕਿ ਵੀ ਜਿਹੜੀ ਆਤਮਾ ਇਹ ਨਾਲ ਦੀ ਨਾਲ ਮਰਨ ਤੋਂ ਬਾਅਦ ਕਿਸੇ ਦੂਜੇ ਜਾਮੇ 'ਚ ਚਲੀ ਜਾਂਦੀ ਹੈ ਜੀ। ਤੁਸੀਂ ਕੰਟਰਾਡਿਕਟਰੀ ਗੱਲ ਕਰਦੇ ਹੋ। ਜਦੋਂ ਕਿਸੇ ਹੋਰ ਜਾਮੇ 'ਚ ਚਲੀ ਗਈ, ਉਹ ਕੋਈ ਬੈਲ ਬਣ ਗਈ, ਕੁੱਤਾ ਬਣ ਗਈ, ਬਿੱਲਾ ਬਣ ਗਈ, ਜਾਂ ਹੋਰ ਕਿਸੇ ਜੂਨ 'ਚ ਚਲੀ ਗਈ, ਫਿਰ ਉਹ ਪਿੱਤਰ ਬਣ ਕੇ ਤੁਹਾਡਾ ਕਿਵੇਂ ਖਾਣ ਆਊਗਾ ਜੀ? ਆ ਸਕਦਾ मतलब एक पासे ਅਸੀਂ ਜੋ 13 ਦਿਨ ਦਾ ਜੋ ਵੀ ਕਿਰਿਆਕਰਮ ਕੀਤਾ ਤੇ ਉਹ ਪਾਰ ਲੱਗ ਗਿਆ, ਤੇ ਉਸ ਤੋਂ ਬਾਅਦ ਹਰ ਸਾਲ ਅਸੀਂ ਪਿੱਤਰ ਵੀ ਬੁਲਾਏ ਕਿ ਉਹ ਸ਼ਰਾਧ ਖਾ ਲੈਣ। ਸਾਨੂੰ ਤਸੱਲੀ ਨਹੀਂ ਆਪਣੇ ਆਪ ਦੇ ਉੱਤੇ, ਸਾਨੂੰ ਭਰੋਸਾ ਹੀ ਨਹੀਂ ਹੈ ਕਿ ਵੀ ਅਸੀਂ ਉਹਦੀ ਗਤੀ ਮੁਕਤੀ ਕਰਵਾ ਦਿੱਤੀ, ਠੀਕ ਹੈ ਨਾ। ਤੇ ਜੇ ਆਪਾਂ ਅਧਿਆਤਮ ਦੇ ਹਿਸਾਬ ਨਾਲ ਗੱਲ ਕਰੀਏ, ਜੋ ਗੁਰਬਾਣੀ ਕਹਿੰਦੀ ਹੈ, ਵੇਦ ਕਹਿੰਦੇ ਹੈ, ਮੈਂ ਤਾਂ ਵੇਦਾਂ ਦਾ ਬੜਾ ਅਧਿਐਨ ਕੀਤਾ ਹੈ, ਘੋੜੀਆਂ ਸੁਹਾਗਾਂ ਦੇ
ਪ੍ਰੋਜੈਕਟ ਕਰਨ ਵਕਤ ਨਾ ਮੈਨੂੰ ਵੇਦ ਸਿਮਰਤੀਆਂ ਮੈਨੂੰ ਬਹੁਤ ਪੜ੍ਹਨੀਆਂ ਪਈਆਂ, ਕਿਉਂਕਿ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਜਾ ਕੇ ਵੇਦਾਂ ਨਾਲ ਹੀ ਜੁੜਦਾ ਹੈ ਜੀ। ਠੀਕ ਹੈ, ਹੁਣ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਉਹ ਸਾਰੇ ਦੇ ਸਾਰੇ ਸਾਨੂੰ ਇੱਕੋ ਸਿੱਖਿਆ ਦਿੰਦੇ ਹੈ, ਮਤਲਬ ਇੱਕੋ ਜਿਹੀ ਸਿੱਖਿਆ ਦਿੰਦੇ ਹੈ। ਉਹ ਕਹਿਣਗੇ ਕਿ ਵੀ ਮਤਲਬ ਜਿਹੜੀ ਤੁਹਾਡੇ ਕਰਮ ਹੈ ਨਾ ਉਹ ਤੁਹਾਡਾ ਪ੍ਰਾਰਬਧ ਬਣਦੇ ਤੁਹਾਡੇ ਨਾਲ ਨਾਲ ਜਾਣਗੇ ਉਹ ਜੀ। ਠੀਕ ਹੈ, ਅਸੀਂ ਭੈੜੇ ਕੰਮ ਕਰਦੇ ਹਾਂ, ਫਿਰ ਅਸੀਂ ਕਹਿੰਦੇ ਆ ਉਹ ਲਿਖਿਆ ਹੋਇਆ ਵੇਦਾਂ ਗ੍ਰੰਥਾਂ ਦੇ ਵਿੱਚ, ਮੈਨੂੰ ਨਹੀਂ ਪਤਾ ਕਿਉਂ ਲਿਖਿਆ, ਕਿ ਵੀ ਤੁਸੀਂ ਗੰਗਾ ਦੇ ਵਿੱਚ ਜਾਓ ਤੇ ਤੁਹਾਡੇ ਸਾਰੇ ਪਾਪ ਧੁੱਲ ਜਾਣਗੇ। ਇਹ ਤੇ ਬੜਾ ਸੌਖਾ ਕੰਮ ਹੈ। ਮੈਂ 10 ਮਰਡਰ ਕਰ ਦਿਆਂ, ਮੈਂ 10 ਚੋਰੀਆਂ ਕਰ ਲਾਂ, 10 ਡਾਕੇ ਕਰ ਲਾਂ, 10 ਯਾਰੀਆਂ ਕੁਚਾਰੀਆਂ ਕਰ ਲਾਂ, ਫਿਰ ਗੰਗਾ ਵਿੱਚ ਇੱਕ ਡੁਬਕੀ ਲਾਇਆ ਮੈਂ, ਤੇ ਇਹਦੇ ਤੇ ਸੌਖਾ ਹੀ ਕੰਮ, ਇਹਦੇ ਵਰਗਾ ਕੋਈ ਨਹੀਂ ਹੈ। ਕਿਆ ਇਹ ਪੋਸੀਬਲ ਹੈ ਜੀ? ਹੈ ਅੱਛਾ, ਜਿਹੜੇ ਤੁਹਾਡੇ ਮਤਲਬ ਅੱਛੇ ਗ੍ਰੰਥ ਕਹਿੰਦੇ ਆ, ਅਸੀਂ ਉਹਨਾਂ ਦੇ ਉੱਤੇ ਅਮਲ ਨਹੀਂ ਕਰਦੇ। ਅਸੀਂ ਜਿਹੜੀਆਂ ਇਹ ਪੰਡਤਾਂ ਨੇ ਲਿਖੀਆਂ ਹੋਈਆਂ ਆਪਣੀ ਰੋਟੀ ਰੋਜੀ ਚਲਾਉਣ ਵਾਸਤੇ, ਤੋਰੀ ਫੁਰਕਾ ਚਲਾਉਣ ਵਾਸਤੇ ਗੱਲਾਂ, ਉਹਨਾਂ ਤੇ ਅਸੀਂ ਭਰੋਸਾ ਕਰਦੇ ਹਾਂ। ਕਿਹੜੀ ਗੰਗਾ ਜਿਹੜੀ ਤੁਹਾਡੇ ਮਨ ਨੂੰ ਧੋ ਦੂਗੀ, ਤੁਹਾਡੇ ਪਾਪਾਂ ਨੂੰ ਧੋ ਦੇਗੀ, ਤੁਹਾਡਾ ਸਰੀਰ ਸਾਫ਼ ਕਰ ਦਊਗੀ, ਨੋ ਡਾਊਟ। ਠੀਕ ਹੈ ਨਾ? ਇਸ ਕਰਕੇ ਇਹ ਜਿਹੜੇ ਤੁਸੀਂ ਪਿੱਤਰਾਂ ਵਾਲੀ ਗੱਲ ਕੀਤੀ ਹੈ, ਅਸੀਂ ਜਿਉਂਦਿਆਂ ਨੂੰ ਤੇ ਬੁੱਢਿਆਂ ਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦੇ ਜੀ। ਉਹ ਕੀ ਹੈ, ਇੱਕ ਪਿੱਛੇ ਚੁਟਕਲਾ ਆਇਆ ਸੀਗਾ ਕਿ ਕੋਈ ਬੱਚਾ ਬੋਲਦਾ ਕਿ ਜੀ ਮੈਂ ਅੱਜ ਸਾਡੇ ਉਹ ਲੱਗੀ ਹੈ, ਅਸੀਂ ਸੇਵਾ ਕਰਨੀ ਹੈ ਤੇ ਲੋਕਾਂ ਨੂੰ ਪਾਣੀ ਪਿਆਉਣਾ ਹੈ, ਮਿੱਠਾ ਪਾਣੀ, ਤੇ ਮੈਂ ਚੱਲਿਆ ਸੇਵਾ ਕਰਨ। ਬਾਪੂ ਬੋਲਦਾ ਕਿ ਵੀ ਪੁੱਤ ਮੈਨੂੰ ਗਲਾਸ ਪਾਣੀ ਦੇ ਦੇ। ਕਹਿੰਦਾ ਆਪੇ ਪੀ ਲੈ ਉੱਠ ਕੇ, ਮੈਂ ਤਾਂ ਲੇਟ ਹੋ ਰਿਹਾ, ਕਹਿੰਦਾ ਮੈਂ ਉੱਥੇ ਜਾਣਾ। ਸਮਝੇ ਨਾ? ਇਹ ਸਾਡਾ ਦੋਹਰਾ ਚਰਿੱਤਰ ਹੈ ਜੀ। ਠੀਕ ਹੈ ਜੀ। ਡਾਕਟਰ ਸਾਹਿਬ ਗੱਲਾਂ ਬਾਤਾਂ ਬਹੁਤ ਹੋ ਗਈਆਂ, ਸਮਾਂ ਵੀ ਮੈਨੂੰ ਲੱਗਦਾ ਕਿ ਉੱਪਰ ਚਲੇ ਗਿਆ। ਤੁਹਾਡੇ ਨਾਲ ਹੋਰ ਵੀ 4-5 ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਪਲਾਨ ਕਰਾਂਗੇ। ਜਾਂਦੇ ਜਾਂਦੇ ਜੋ ਅੱਜ ਦੀਆਂ ਸਾਡੀਆਂ ਫੀਮੇਲਸ ਨੇ ਜਾਂ ਲੜਕੀਆਂ ਨੇ, ਤੁਹਾਡਾ ਸੁਨੇਹਾ ਉਹਨਾਂ ਨੂੰ ਕੀ ਰਹੇਗਾ ਜੋ ਤੁਸੀਂ ਆਬਜ਼ਰਵ ਕਰਦੇ ਹੋ ਸੋਸਾਇਟੀ 'ਚ ਉਸ ਮਾਇਨੇ ਨਾਲ? ਰਿਸਰਚ ਕਰਨ ਲਈ ਕਿ ਇੱਕ ਜੈਨੂਇਨ ਤੌਰ ਤੇ? ਓਕੇ ਦੇਖੋ, ਮੈਂ ਜਿਹੜੀ ਗੱਲ ਕਹੂੰਗੀ ਨਾ ਉਹ ਬਹੁਤ ਲੋਕਾਂ ਨੂੰ ਹਜਮ ਨਹੀਂ ਹੋਣੀ ਜੀ, ਲੇਕਿਨ ਉਹ ਸੱਚੀ ਹੈ ਤੇ ਉਹਦੇ ਉੱਤੇ ਚੱਲਣ ਵਿੱਚ ਭਲਾਈ ਹੈ ਜੀ। ਵਿਮਨ ਐਮਪਾਵਰਮੈਂਟ ਦੀ ਡੈਫੀਨੇਸ਼ਨ ਅਸੀਂ ਗਲਤ ਲੈ ਲਈ। ਅਸੀਂ ਵਿਮਨ ਐਮਪਾਵਰਮੈਂਟ ਨੂੰ ਇਹ ਸਮਝ ਲਿਆ ਵੀ ਅਸੀਂ ਸ਼ਰਾਬਾਂ ਪੀਏ, ਅਸੀਂ ਸਿਗਰਟਾਂ ਪੀਏ, ਅਸੀਂ ਗਲਤ ਸਲਤ ਕੱਪੜੇ ਪਹਿਨੀਏ, ਅਸੀਂ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹੀਏ, ਅਸੀਂ ਆਪਣੇ ਸਰੀਰ ਨੂੰ ਕੈਸ਼ ਕਰੀਏ। ਉਹ ਸਾਡੀ ਆਜ਼ਾਦੀ ਹੈ, ਵਿਮਨ ਐਮਪਾਵਰਮੈਂਟ ਹੈ, ਉਹ ਨਹੀਂ ਹੈ। ਵਿਮਨ ਐਮਪਾਵਰਮੈਂਟ, ਮੇਰੀ ਗੱਲ ਸੁਣੋ, ਹੁਣ ਮੇਰੇ ਹਸਬੈਂਡ ਨੇ ਮੈਨੂੰ ਕਿਸੇ ਗੱਲ ਪਿੱਛੇ ਕਦੇ ਨਹੀਂ ਰੋਕਿਆ। ਮੈਂ ਕਿਵੇਂ ਦੇ ਕੱਪੜੇ ਪਾਵਾਂ, ਕੁਝ ਵੀ ਖਾਵਾਂ, ਕੁਝ ਵੀ ਪੀਵਾਂ, ਲੇਕਿਨ ਮੈਂ ਉਵੇਂ ਦੇ ਕੱਪੜੇ ਨਹੀਂ ਪਹਿਨਦੀ ਤੇ ਮੈਂ ਗੁਲਾਮ ਹੈ। ਮੇਰੇ ਹਸਬੈਂਡ ਨੇ ਕਦੇ ਮੈਨੂੰ ਨਹੀਂ ਕਿਹਾ ਵੀ ਤੂੰ ਵਾਲਾਂ ਦਾ ਸਟਾਈਲ ਨਾ ਬਣਾ, ਤੂੰ ਵਾਲ ਕਟਵਾ ਨਾ, ਤੂੰ ਕੋਈ ਫੈਸ਼ਨ ਨਾ ਕਰ। ਮੈਂ ਮੇਰੀ ਆਪਣੀ ਆਤਮਾ ਜਿਹੜੀ ਹੈ ਉਹ ਕਹਿੰਦੀ ਹੈ ਵੀ ਏਜ ਦੇ ਹਿਸਾਬ ਨਾਲ ਤੁਹਾਨੂੰ ਜੋ ਠੀਕ ਲੱਗਦਾ ਉਹ ਕਰਨਾ ਹੈ। ਤੇ ਕਿਆ ਮੈਂ ਗੁਲਾਮ ਹੈ? ਫਿਰ ਅਸੀਂ ਕਿਉਂ ਆਦਮੀ ਤੋਂ ਅੱਗੇ ਲੰਘਣਾ ਚਾਹੁੰਦੇ ਆ? ਕੀ ਸਾਨੂੰ ਆਫਤ ਆਈ ਵੀ ਹੈ? ਅਸੀਂ ਆਦਮੀ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਣਾ ਹੈ। ਔਰ ਮੈਂ ਕਹਿੰਦੀ ਹਾਂ 90% ਜੈਂਟਸ ਹੈ ਜਿਹੜੇ ਲੇਡੀਜ਼ ਨੂੰ ਸਹੀ ਤਰੀਕੇ ਨਾਲ ਰੱਖਦੇ ਹੈ, 10% ਹੀ ਹੈ ਜਿੱਥੇ ਕੁਝ ਗੜਬੜ ਘੁਟਾਲੇ ਹੈ। ਲੜਕੀਆਂ ਨੂੰ, ਔਰਤਾਂ ਨੂੰ ਮੈਂ ਇਹ ਕਹਿਣੀ ਹੈ ਕਿ ਸੰਸਕਾਰ ਨਹੀਂ ਛੱਡਣੇ, ਸੰਸਕਾਰ ਬਿਲਕੁਲ ਵੀ ਨਹੀਂ ਛੱਡਣੇ। ਜੇ ਕਿਤੇ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ, ਅੱਜ ਕੱਲ ਤੇ ਕੀ ਕਹਿੰਦੇ ਆ, ਤੁਹਾਡੀ ਇੱਕ ਮਿੱਥ ਬਣ ਗਈ ਹੈ ਵੀ ਲੜਕੀ ਦਾਜ ਦੇ ਵਿੱਚੋਂ ਕਹਿੰਦੇ ਵੀ ਕੀ ਸਮਾਨ ਲੈ ਕੇ ਆਈ ਹੈ। ਲਿਸਟ ਵੇਖਦੇ ਆ ਨਾ, ਫ੍ਰਿਜ ਹੈ, ਟੀਵੀ ਹੈ, ਕਾਰ ਹੈ, ਦਿਸ ਦੈਟ, ਥੱਲੇ ਲਿਖਿਆ ਹੁੰਦਾ ਐਡਵੋਕੇਟ। ਬਈ ਐਡਵੋਕੇਟ ਵੀ ਤੈਨੂੰ ਨਾਲ ਦੇਤਾ ਸੀ ਦਾਜ ਦੇ ਵਿੱਚ ਜੀ। ਕੋਈ ਵੀ ਨਿੱਕੀ ਜੀ ਗੱਲ ਹੋਊਗੀ ਤੁਰੰਤ ਐਡਵੋਕੇਟ ਨੂੰ ਫੋਨ ਕਰਨਾ, ਉਹਨੂੰ ਪਹਿਲਾਂ ਹੀ ਫੀਸ ਦੇ ਕੇ ਤੇਰੇ ਨਾਲ ਤੋਰਿਆ ਹੋਇਆ 10,000 20,000। ਫਿਰ ਉਹ ਕਿਉਂ ਘਰ ਵਸਾਏਗੀ ਲੜਕੀ ਜੀ? ਠੀਕ ਹੈ ਨਾ ਜੀ। ਮੈਂ ਤਾਂ ਬਈ ਬਹੁਤ ਜ਼ਿਆਦਾ ਵਿਮਨ ਐਮਪਾਵਰਮੈਂਟ ਦੀ ਫੇਵਰ ਵਿੱਚ ਨਹੀਂ ਹਾਂ। ਲੜਕੀ ਉਸ ਪੋਜ਼ਿਟਿਵ ਵਿੱਚ ਲੈ ਕੇ ਚਲੋ ਤੇ ਮੈਂ 100% ਉਹਦੀ ਫੇਵਰ ਵਿੱਚ ਜੀ। ਲੇਕਿਨ ਜੇ ਲੜਕੀਆਂ ਵਿਮਨ ਐਮਪਾਵਰਮੈਂਟ ਦੇ ਨਾਮ ਦੇ ਉੱਤੇ ਗਲਤ ਸਲਤ ਕਰਦੀਆਂ, ਉੱਥੇ ਮੈਂ ਸਮਝੌਤਾ ਨਹੀਂ ਕਰ ਸਕਦੀ, ਚਾਹੇ ਮੇਰੀ ਆਪਣੀ ਲੜਕੀ ਹੈ, ਚਾਹੇ ਕੋਈ ਥਰਡ ਵਨ ਹੈ ਜੀ। ਬਹੁਤ ਖੂਬਸੂਰਤ ਸੁਨੇਹਾ ਤੁਸੀਂ ਦਿੱਤਾ ਔਰ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਆਪਣੇ ਆਪ ਨੂੰ, ਆਪਣੀ ਗੱਲਾਂ ਨੂੰ ਸਾਂਝਾ ਕੀਤਾ, ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਵੇਗਾ। ਡਾਕਟਰ ਚਰਨਜੀਤ ਨਾਲ ਆਉਣ ਵਾਲੇ ਦਿਨਾਂ ਵਿੱਚ ਕੁਝ ਖਾਸ ਮੁਲਾਕਾਤਾਂ ਜ਼ਰੂਰ ਰੱਖਾਂਗੇ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਖਤਮ ਕਰਨ ਦੀ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖਦੇ ਰਹੋ ਦਾ ਅਨਮਿਊਟ।